26 जनवरी ਨੂੰ ਲਾਲ ਕਿਲੇ ਤੇ ਝੰਡਾ ਲਗਾਉਣ ਵਾਲੇ ਜੁਗਰਾਜ ਸਿੰਘ ਨੂੰ 7 ਮਹੀਨੇ ਦੇ ਸੰਘਰਸ਼ ਤੋਂ ਬਾਅਦ ਜ਼ਮਾਨਤ ਮਿਲਣ ਤੇ ਪਿੰਡ ਵਾਂ ਭਾਈ ਤਾਰਾ ਸਿੰਘ ਜੀ ਵਿਖੇ ਦਲ ਖਾਲਸਾ ਤੇ ਪਰਿਵਾਰਕ ਮੈਂਬਰਾਂ ਵੱਲੋਂ ਗੁਰਦੁਆਰਾ ਭਾਈ ਤਾਰਾ ਸਿੰਘ ਵਾਂ ਦੇ ਦੀਵਾਨ ਹਾਲ ਵਿੱਚ ਸ਼ੁਕਰਾਨਾ ਸਮਾਗਮ ਕੀਤਾ ਗਿਆ, ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਵਿਚਾਰ ਸੁਣਾਏ। ਇਸ ਮੌਕੇ ਦਲ ਖਾਲਸਾ ਦੇ ਮੁੱਖ ਬੁਲਾਰੇ ਕੰਵਰਪਾਲ ਸਿੰਘ ਉਹਨਾਂ ਨੇ ਬੋਲਦਿਆਂ ਕਿਹਾ ਕਿ ਭਾਈ ਜੁਗਰਾਜ ਸਿੰਘ ਨੇ ਇਤਿਹਾਸ ਦਾ ਦਿਨ ਫਿਰ ਦੁਹਰਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਵੱਲੋਂ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਲਗਾਉਣ ਨਾਲ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਦਿਲਾਂ ਵਿੱਚ ਖੁਸ਼ੀ ਦੀ ਲਹਿਰ ਜਾਗ ਪਈ ਹੈ। ਇਸ ਮੌਕੇ ਪਹੁੰਚੇ ਫਿਲਮੀ ਅਦਾਕਾਰ ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਕੌਮ ਹੋਂਦ ਦੀ ਲੜਾਈ ਲੜ ਰਹੀ ਹੈ। ਮੋਦੀ ਸਰਕਾਰ ਤਾਨਾਸ਼ਾਹੀ ਵਾਲਾ ਕੰਮ ਕਰ ਰਹੀ ਹੈ, ਇੱਥੇ ਕੋਈ ਲੋਕਤੰਤਰ ਢਾਂਚਾ ਨਹੀਂ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸੰਘਰਸ਼ ਕਰਦਿਆਂ 1 ਸਾਲ ਦਾ ਸਮਾਂ ਹੋ ਚੱਲਿਆ ਹੈ, ਪਰ ਸਰਕਾਰ ਨੇ ਅਜੇ ਤੱਕ ਇਨਸਾਨੀਅਤ ਵਾਲੀ ਕੋਈ ਵੀ ਗੱਲ ਨਹੀਂ ਕੀਤੀ। ਇਸ ਮੌਕੇ ਜੁਗਰਾਜ ਸਿੰਘ ਅਤੇ ਜੱਜਵੀਰ ਸਿੰਘ ਤਲਵੰਡੀ, ਸੋਭਾ ਸਿੰਘ, ਗੁਰਜੰਟ ਸਿੰਘ, ਬੂਟਾ ਸਿੰਘ, ਗੁਰਜੋਤ ਸਿੰਘ, ਨਿਰਵੈਲ ਸਿੰਘ ਨੂੰ ਦਲ ਖਾਲਸਾ ਜਥੇਬੰਦੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। जनवरी ਨੂੰ ਲਾਲ ਕਿਲੇ ਤੇ ਖਾਲਸਾਈ ਪਰਚਮ ਲਹਿਰਾਇਆ ਸੀ, ਉਹਨਾਂ ਨੂੰ ਦਿੱਲੀ ਦੀ ਕੋਰਟ ਨੇ ਪਰਮਾਨੈਂਟ ਬੇਲ ਦਿੱਤੀ ਹੈ। ਪਰਿਵਾਰ ਨੇ, ਨਗਰ ਵਾਸੀਆਂ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਅੱਜ ਸਮਾਗਮ ਕੀਤਾ ਹੈ, ਜਿਹਦੇ ਵਿੱਚ ਬਹੁਤ ਸਾਰੇ ਨਾਮਵਰ ਸ਼ਖਸੀਅਤਾਂ ਅਤੇ ਜਥੇਬੰਦੀਆਂ ਸ਼ਾਮਲ ਹੋਈਆਂ ਨੇ। ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਕਿ ਉਹਨਾਂ ਨੂੰ ਐਂਟੀਸਪੇਟਰੀ ਬੇਲ ਮਿਲੀ ਅਤੇ ਫਿਰ ਉਸ ਤੋਂ ਬਾਅਦ ਉਹ ਜਿਹੜੀ ਐਂਟੀਸਪੇਟਰੀ ਬੇਲ ਸੀ ਉਹ ਪਰਮਾਨੈਂਟ ਬੇਲ ਦੇ ਵਿੱਚ ਟ੍ਰਾਂਸਫਰ ਹੋ ਗਈ। ਸਰ, ਜਿਸ ਤਰ੍ਹਾਂ ਦੇ 26 ਜਨਵਰੀ ਨੂੰ ਝੰਡਾ ਚਲਾਇਆ ਸੀ ਕੇਸਰੀ ਨਿਸ਼ਾਨ ਦਿੱਲੀ ਦੇ, ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਨਾਲ ਨਹੀਂ ਖਲੋਤੀ ਤੇ ਦਲ ਖਾਲਸਾ ਨੇ ਇਹਦਾ ਸਾਥ ਦਿੱਤਾ ਸੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਕਿਸਾਨ ਜਥੇਬੰਦੀਆਂ ਨੇ ਡਿਸਓਨ ਕੀਤਾ। ਉਹਨਾਂ ਨੇ ਇੱਕ ਡਰ ਦੇ ਵਿੱਚੋਂ, ਦਿੱਲੀ ਦੇ ਡਰ ਦੇ ਵਿੱਚੋਂ ਜਿਨ੍ਹਾਂ ਨੇ ਖਾਲਸਾਈ ਨਿਸ਼ਾਨ ਚਲਾਇਆ ਸੀ ਉਹਨਾਂ ਨੂੰ ਡਿਸਓਨ ਕੀਤਾ। ਇਹ ਉਹਨਾਂ ਦੀ ਸਭ ਤੋਂ ਵੱਡੀ ਬੁਜ਼ਦਿਲੀ ਤੇ ਕਮਜ਼ੋਰੀ ਹੈ, ਜਿਹਦੇ ਕਰਕੇ ਸਾਰਾ ਦਾ ਸਾਰਾ ਜਿਹੜਾ ਅੰਦੋਲਨ ਸੀ ਉਹ ਸਕਟਲ ਹੋ ਗਿਆ, ਉਹ ਪਿੱਛੇ ਪੈ ਗਿਆ। ਅਗਰ ਉਹ ਇਹਨਾਂ ਨੂੰ ਓਨ ਕਰ ਲੈਂਦੇ ਕਿ ਸਾਡੇ ਬੱਚੇ ਨੇ ਔਰ ਜਿਹੜਾ ਖਾਲਸਾਈ ਨਿਸ਼ਾਨ ਸਾਹਿਬ ਚਲਾਇਆ ਗਿਆ ਉਹਨੂੰ ਜਸਟੀਫਾਈ ਕਰਦੇ ਕਿ ਉਹ ਐਕਟ ਆਫ ਡਿਫਾਈਨਸ ਸੀ, ਐਕਟ ਆਫ ਬਰੇਵਰੀ ਸੀ, ਐਕਟ ਆਫ ਰਿਬੇਲੀਅਨ ਸੀ, ਤੇ ਮੈਨੂੰ ਲੱਗਦਾ ਹੈ ਕਿ ਅੰਦੋਲਨ ਨੂੰ ਉਹਦੇ ਨਾਲ ਸਟਰੈਂਥ ਮਿਲਦੀ, ਮਜ਼ਬੂਤੀ ਮਿਲਦੀ। ਪਰ ਉਹਨਾਂ ਨੇ ਡਿਸਓਨ ਕੀਤਾ, ਉਹਨਾਂ ਨੇ ਆਪਣੀ ਬੁਜ਼ਦਿਲੀ ਦਿਖਾਈ, ਆਪਣੇ ਬੱਚਿਆਂ ਨੂੰ ਡਿਸਓਨ ਕੀਤਾ, ਸਿਰਫ ਤੇ ਸਿਰਫ ਦਿੱਲੀ ਨੂੰ ਖੁਸ਼ ਕਰਨ ਲਈ, ਦਿੱਲੀ ਤੋਂ ਡਰਦੇ ਹੋਇਆ। ਔਰ ਉਹ ਇਹ ਨਹੀਂ ਜਾਣ ਸਕੇ, ਉਹਨਾਂ ਦੇ ਅੰਦਰ ਇਹ ਅੰਡਰਸਟੈਂਡਿੰਗ ਅੱਜ ਤੱਕ ਪੈਦਾ ਨਹੀਂ ਹੋ ਸਕੀ ਕਿ ਦਿੱਲੀ ਕਿਸੇ ਦੀ ਮਿੱਤ ਨਹੀਂ ਹੈ। ਦਿੱਲੀ ਫਿਰ ਵੀ ਉਹਨਾਂ ਨੂੰ 3 ਕਾਲੇ ਖੇਤੀ ਕਾਨੂੰਨ ਰੱਦ ਕਰਕੇ ਸਨਮਾਨਯੋਗ ਰਸਤਾ ਨਹੀਂ ਦੇ ਰਹੀ ਅੱਜ ਤੱਕ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਆਪਣਾ ਰਸਤਾ ਅਲੱਗ ਚੁਣ ਕੇ ਉਹ ਸੰਘਰਸ਼ ਜਿੱਤ ਲੈਣਗੀਆਂ? ਉਹ ਇੱਕ ਬਹੁਤ ਵੱਡਾ ਇਲੂਜਨ ਦੇ ਵਿੱਚ ਨੇ। ਜਥੇਬੰਦੀਆਂ ਅਜੇ ਤੱਕ ਜਿਹੜੀ ਇੱਕ ਸੱਚਾਈ ਹੈ ਕਿ ਉਹਨਾਂ ਨੇ ਇੱਕ ਦੇ ਹੈਵ ਮਿਸ ਦੀ ਬਾਤ, ਜਿਹਨੂੰ ਕਹਿੰਦੇ ਇੱਕ ਅਪਰਚੁਨਿਟੀ, ਇੱਕ ਮੌਕਾ ਗਵਾ ਲਿਆ, ਉਸ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੈ। ਜਦੋਂ ਉਹਨਾਂ ਨੇ ਪੂਰੇ ਦੇ ਪੂਰੇ ਝੰਡੇ ਚਲਾਉਣ ਵਾਲੇ ਨੌਜਵਾਨਾਂ ਨੂੰ ਡਿਸਓਨ ਕੀਤਾ ਤੇ ਦਲ ਖਾਲਸਾ ਨੇ ਇਹਨਾਂ ਨੂੰ ਓਨ ਕੀਤਾ, ਅਸੀਂ ਪੂਰੀ ਲੜਾਈ ਇਹਨਾਂ ਦੀ ਲੜੀ। ਇਹਨਾਂ ਨੂੰ ਪਹਿਲਾਂ ਐਂਟੀਸਪੇਟਰੀ ਬੇਲ ਲੈ ਕੇ ਦਿੱਤੀ, ਇਹਨਾਂ ਨੂੰ ਜੁਗਰਾਜ ਸਿੰਘ ਨੂੰ ਸੰਭਾਲਿਆ ਔਰ ਅੱਜ ਤੱਕ ਅਸੀਂ ਉਹਦੇ ਪਿੱਠ ਤੇ ਖੜੇ ਹਾਂ ਔਰ ਖਾਲਸਾ ਪੰਥ ਖੜ੍ਹਾ। ਅੱਜ ਅਸੀਂ ਉਹਨਾਂ ਨੂੰ ਦਲ ਖਾਲਸਾ ਵੱਲੋਂ ਸਨਮਾਨ ਵੀ ਕੀਤਾ ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਨਾਇਕ ਦਾ ਕੰਮ ਸੀ, ਕਿਉਂਕਿ ਜਦੋਂ ਝੰਡਾ ਚਲਾਇਆ ਗਿਆ ਪੂਰੀ ਦੁਨੀਆ ਦੇ ਵਿੱਚ ਸਿੱਖ ਖੁਸ਼ ਹੋਇਆ, ਬਾਗੋ ਬਾਗ ਹੋਇਆ। ਔਰ ਪਹਿਲੀ ਗੱਲ ਜਿਹੜੀ ਉਹਦੇ ਮਨ ਦੇ ਵਿੱਚ ਆਈ, ਜਿਹੜੀ ਉਹਦੇ ਦਿਮਾਗ ਦੇ ਵਿੱਚ ਆਈ, ਉਹ ਸੀ ਕਿ ਸਿੱਖ ਇਤਿਹਾਸ ਮੁੜ ਜੁਗਰਾਜ ਸਿੰਘ ਨੇ ਦੁਹਰਾ ਦਿੱਤਾ ਹੈ। ਅੱਗੇ ਤੋਂ ਜੇ ਕੋਈ ਜੁਗਰਾਜ ਸਿੰਘ ਦੇ ਕੇਸ 'ਚ ਕੋਈ ਮੁਸ਼ਕਲ ਹੁੰਦੀ ਤਾਂ ਤੁਹਾਡੀ ਜਥੇਬੰਦੀ ਵੱਲੋਂ ਸਾਥ ਦਿੱਤਾ ਜਾਏਗਾ? ਅਸੀਂ ਸ਼ੁਰੂ ਤੋਂ ਹੀ ਉਹਦੇ ਨਾਲ ਆ, ਸਟਾਰਟ ਤੋਂ ਪਹਿਲੇ ਦਿਨ ਤੋਂ ਹੀ ਨਾਲ ਆ, ਅੱਜ ਵੀ ਨਾਲ ਆ, ਹਮੇਸ਼ਾ ਨਾਲ ਰਹਾਂਗੇ। ਹਾਲੇ ਤਾਂ ਸਾਡਾ ਇੱਕ ਪੜਾਅ ਅਸੀਂ ਪੂਰਾ ਕੀਤਾ ਸਿਰਫ ਬੇਲ ਦਾ। ਕੇਸ ਨੇ ਅਜੇ ਲੜਿਆ ਜਾਣਾ ਪੂਰਾ ਦਾ ਪੂਰਾ। ਔਰ ਮੈਂ ਸਮਝਦਾ ਕਿ ਇਸ ਕੇਸ ਦਾ ਜਿਹੜਾ ਸਬੰਧ ਹੈ, ਫੇਟ ਹੈ, ਉਹ ਕਿਸਾਨ ਅੰਦੋਲਨ ਦੇ ਨਾਲ ਜੁੜਿਆ।
ਜੇ ਕਿਸਾਨ ਅੰਦੋਲਨ ਦਾ ਕੋਈ ਸਨਮਾਨਯੋਗ ਹੱਲ ਨਿਕਲਦਾ ਹੈ ਤੇ ਇਹ ਕੇਸ ਰੱਦ ਹੋਏਗਾ, ਨਹੀਂ ਤਾਂ ਸਰਕਾਰ ਜੁਡੀਸ਼ਰੀ ਰਾਹੀਂ ਜੁਡੀਸ਼ਰੀ ਦੇ ਉੱਤੇ ਪ੍ਰਭਾਵ ਪਾ ਕੇ ਇਸ ਕੇਸ ਨੂੰ ਖਰਾਬ ਕਰ ਸਕਦੀ ਹੈ, ਇਹਨਾਂ ਨੌਜਵਾਨਾਂ ਦਾ ਭਵਿੱਖ ਖਰਾਬ ਕਰ ਸਕਦੀ ਹੈ। ਤੇ ਉਹਨਾਂ ਨੂੰ ਨਾਰਾਜ਼ ਵੀ ਨਹੀਂ ਕਰ ਸਕਦੇ ਸੀ, ਪਰ ਹਰ ਥਾਂ ਰੁਕ ਕੇ ਆਉਣਾ ਪਿਆ ਜੀ, ਕਿਉਂਕਿ ਉਹਨਾਂ ਨਾਲ ਜੇ ਉਤਰ ਕੇ ਗੱਲਬਾਤ ਕਰਦੇ ਸੀ ਉਸ ਤੋਂ ਬਾਅਦ ਫਿਰ ਉਹ ਰੋਡ ਖੋਲ੍ਹਦੇ, ਫਿਰ ਉੱਥੋਂ ਲੰਘਣ ਦੀ ਆਗਿਆ ਦਿੰਦੇ। ਸੋ ਜਿਵੇਂ ਮਹਾਰਾਜ ਦਾ ਹੁਕਮ ਹੁੰਦਾ ਉਸ ਹੁਕਮ 'ਚ ਹੀ ਚੱਲਣਾ ਪੈਂਦਾ। ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ। ਸੋ ਗੱਲ ਹੁਕਮ ਦੀ ਆ, ਗੱਲ ਸਿੱਧੀ ਸ਼ੁਰੂ ਕਰਦੇ ਆ। ਜਦੋਂ ਕਿਸਾਨੀ ਸੰਘਰਸ਼ ਦੀ ਲਾਮਬੰਦੀ ਹੋਈ ਤਾਂ ਸਾਡੇ ਪਿੰਡਾਂ 'ਚ ਬੈਠੇ ਬਜ਼ੁਰਗਾਂ ਨੇ, ਸਾਡੇ ਨੌਜਵਾਨਾਂ ਨੇ, ਸਾਡੀਆਂ ਮਾਤਾਵਾਂ ਬੈਠੀਆਂ, ਸਾਡੀਆਂ ਭੈਣਾਂ ਬੈਠੀਆਂ, ਹਰ ਇੱਕ ਸ਼ਖਸ ਨੇ ਇਸ ਧਰਤੀ ਤੇ, ਇਸ ਪੰਜਾਬ ਦੀ ਚਰਖੇ ਇਸ ਧਰਤੀ ਤੇ ਜਿਹੜਾ ਕੋਈ ਰੂਹ ਵਸਦੀ ਆ, ਉਹਨਾਂ ਨੇ ਇਹ ਗੱਲ ਸਮਝੀ ਵੀ ਸਾਡੀ ਹੋਂਦ ਦੀ ਲੜਾਈ ਆ। ਫਿਰ ਜਦੋਂ ਕੌਮਾਂ ਹੋਂਦ ਦੀ ਲੜਾਈ ਲੜਦੀਆਂ, ਕਿੱਥੋਂ ਲੜਦੀਆਂ, ਇਸ ਬਾਰੇ ਅੱਜ ਆਪਾਂ ਮਾੜੀ ਜੀ ਗੱਲ ਕਰਦੇ ਹਾਂ। ਕੌਮਾਂ ਹੋਂਦ ਦੀ ਲੜਾਈ ਉਸ ਜਜ਼ਬੇ ਚੋਂ ਲੜਦੀਆਂ, ਉਸ ਚਿੰਗ ਚੋਂ ਲੜਦੀਆਂ ਜਿਹੜੇ ਗੁਰੂ ਨਾਨਕ ਸਾਹਿਬ ਸਾਡੇ ਰਹਿਬਰ 10ਵੇਂ ਪਾਤਸ਼ਾਹ ਉਹ ਸ਼ਮਸ਼ੇਰ ਦੁੱਲਾ ਸਾਡੇ ਅੰਦਰ ਲਾ ਗਿਆ ਸੀ। ਸੋ ਜਿਹੜੀ ਅੱਜ ਐਡਾ ਵੱਡਾ ਭਾਰ ਤੁਸੀਂ ਦੇਖਿਆ ਤੇ ਜੋ ਇਸ ਭਾਰ 'ਚ ਵਰਤਾਰੇ ਚੱਲੇ ਆ, ਉਹ ਇਸੇ ਕਰਕੇ ਚੱਲੇ ਆ ਕਿਉਂਕਿ ਅਸੀਂ ਉਸ ਜਜ਼ਬੇ ਚੋਂ ਲੜਾਈ ਲੜੀ। ਇਹ ਲੜਾਈ ਵਿੱਢੀ ਉਸੇ ਜਜ਼ਬੇ ਚੋਂ ਗਈ ਆ, ਉਸ ਚਿੰਗ ਚੋਂ ਗਈ ਆ ਜਿਹੜੇ 10ਵੇਂ ਪਾਤਸ਼ਾਹ ਸਾਡੇ ਅੰਦਰ ਲਾ ਗਏ ਸੀ, ਜਿੱਥੇ ਗਰੀਬਾਂ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਕਰਨ ਵਾਸਤੇ ਸਾਨੂੰ ਪ੍ਰੇਰਿਤ ਕਰਕੇ ਸੀ। ਕਈ ਵਾਰੀ ਇਹ ਗੱਲ ਸਾਡੇ ਸਮਝ ਨਹੀਂ ਆਉਂਦੀ, ਜਿਵੇਂ ਮੈਂ ਹੁਣੇ ਬਾਬਾ ਜੀ ਹੁਕਮਨਾਮਾ ਸਾਹਿਬ ਜਦੋਂ ਸਾਨੂੰ ਦੱਸ ਰਹੇ ਸੀ, ਅਸੀਂ ਸਰਵਣ ਕਰ ਰਹੇ ਸੀ ਕਿ ਉਹਨਾਂ ਨੇ ਇੱਕ ਗੱਲ ਕਹੀ ਵੀ ਜੁਗਰਾਜ ਨੂੰ ਪਤਾ ਨਹੀਂ ਲੱਗਿਆ ਇਹ ਸਾਰਾ ਕੁਝ ਕਿਵੇਂ ਹੋ ਗਿਆ, ਅਚਾਨਕ ਹੋ ਗਿਆ। ਪਰ ਅਚਾਨਕ ਕੁਝ ਨਹੀਂ ਵਾਪਰਦਾ। ਗੁਰੂ ਸਾਹਿਬ ਆਈ ਕਿਸੇ ਦੀ, ਉਹ ਕਹਿੰਦੇ ਆ ਵੀ ਕਿਸੇ ਦੀ ਡਿਊਟੀ ਲਾ ਦੇਣੀ, ਉਦੋਂ ਸੇਵਾ ਲੈ ਲੈਣੀ, ਆਈ ਨਹੀਂ ਗੱਲ ਵਾਪਰਦੀ, ਅਚਾਨਕ ਕੁਝ ਨਹੀਂ ਵਾਪਰਦਾ। ਇਸ ਗੱਲ ਨੂੰ ਆਪਾਂ ਸਮਝੀਏ ਕਿ ਜਿਹੜਾ ਪੰਥ ਪ੍ਰਗਟ ਹੁੰਦਾ, ਕਿਸੇ ਮੌਕੇ ਤੇ ਜਾ ਕੇ ਪੰਥ ਨੇ ਪ੍ਰਗਟ ਹੋ ਜਾਣਾ ਹੁੰਦਾ, ਉਹ ਅਚਾਨਕ ਕੁਝ ਨਹੀਂ ਵਾਪਰਦਾ। ਜਦੋਂ ਸਿਰ ਤਲੀ ਤੇ ਧਰ ਕੇ ਪੰਥ ਪ੍ਰਗਟ ਹੋ ਜਾਂਦਾ ਵੀ ਦੱਸੋ ਹੁਣ ਕਿੱਥੇ ਸਿਰ ਲੈਣੇ ਆ, ਇਹ ਅਚਾਨਕ ਕੁਝ ਨਹੀਂ ਹੁੰਦਾ। ਇਹ ਉਦੋਂ ਹੀ ਹੁੰਦਾ ਜਦੋਂ ਕੌਮ ਆਪਦੀ ਹੋਂਦ ਦੀ ਲੜਾਈ ਲੜਦੀ ਆ, ਜਿਹੜੀ ਲੜਾਈ ਬਾਬੇ ਦੀਪ ਸਿੰਘ ਨੇ ਲੜੀ ਸੀ, ਦਮਦਮਾ ਸਾਹਿਬ ਦੀ ਧਰਤੀ ਤੋਂ ਲਲਕਾਰ ਕੇ ਤੁਰ ਪਿਆ ਸੀ। ਉਦੋਂ ਵੀ ਹੋਂਦ ਦੀ ਲੜਾਈ ਸੀ। ਜਦੋਂ ਮੁਗਲ ਕਹਿੰਦੇ ਵੀ ਇਹਨਾਂ ਨੂੰ ਦਰਬਾਰ ਸਾਹਿਬ ਨਹੀਂ ਵੜਨ ਦੇਣਾ, ਲਲਕਾਰ ਕੇ ਤੁਰ ਪਿਆ ਸੀ ਵੀ ਆ ਜਾਓ ਦੱਸੀਏ ਇਹਨਾਂ ਨੂੰ ਉਸ ਖਾਲਸਾ ਪੰਥ ਦੇ, ਉਸ ਗੁਰੂ ਦੇ ਪੈਦਾ ਕੀਤੇ ਹੋਏ ਯੋਧੇ ਸਿੰਘ ਬੈਠੇ ਆ। ਸਾਡੇ ਜਰਨੈਲ, ਬਹੁਤ ਵੱਡੇ ਵੱਡੇ ਜਰਨੈਲ ਉਦੋਂ ਜੰਗਲਾਂ 'ਚ ਬੈਠੇ ਗੁਰੀਲਾ ਯੁੱਧ ਲੜ ਰਹੇ ਸੀ। ਉਹਨਾਂ ਜਰਨੈਲਾਂ ਦੇ ਵੀ ਉਸ ਗੱਲ ਉਹਨਾਂ ਦੇ ਸਮਝ 'ਚ ਨਹੀਂ ਆਈ, ਉਹ ਹੁਕਮ ਸਮਝ 'ਚ ਨਹੀਂ ਆਇਆ। ਪਰ ਬਾਬਾ ਦੀਪ ਸਿੰਘ ਨੇ ਇਹ ਹੁਕਮ ਸਮਝ ਲਿਆ ਸੀ, ਉਥੋਂ ਲਲਕਾਰ ਕੇ ਤੁਰ ਪਏ। ਪਿੰਡਾਂ 'ਚ ਲੋਕ ਇਕੱਠੇ ਹੋ ਗਏ, ਕੋਈ ਟ੍ਰੇਨਿੰਗ ਨਹੀਂ, ਕਿਸੇ ਨੇ ਕੋਈ ਸ਼ਾਸਤਰ ਵਿਦਿਆ ਦੀ ਟ੍ਰੇਨਿੰਗ ਨਹੀਂ ਲਈ। ਕੋਈ ਗੰਡਾਸਾ ਚੱਕ ਲਿਆ, ਕੋਈ ਸ਼੍ਰੀ ਸਾਹਿਬ ਚੱਕ ਲਿਆ, ਕੋਈ ਟਕੂਆ ਚੱਕ ਲਿਆ। ਇੱਥੇ ਤਰਨਤਾਰਨ ਸਾਹਿਬ ਆ ਕੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਆ ਕੇ ਲਕੀਰ ਵਾਹਤੀ, ਕਹਿੰਦਾ ਹੁਣ ਸਿਰ ਦੇਣੇ ਪੈਣੇ ਆ। ਤੇ ਜਿੰਨਾ 'ਚ ਗੁਰੂ ਸਾਹਿਬ ਦੀ ਉਹ ਜ਼ਮੀਰ ਜਾਗਦੀ ਆ, ਉਹ ਟੱਪ ਜਾਣ ਸਾਰੇ ਜਿਉਂਦੇ, ਸਾਰੇ ਸਿੰਘ ਟੱਪ ਕੇ, ਕੋਈ ਇੱਕ ਵੀ ਪਿੱਛੇ ਨਹੀਂ ਮੁੜਿਆ। ਸਤਿ ਸ੍ਰੀ ਅਕਾਲ। ਸੋ ਜਿਹੜੇ ਜਰਨੈਲ ਉਸ ਵੇਲੇ 18ਵੀਂ ਸਦੀ ਦੇ ਜੰਗਲਾਂ 'ਚ ਬੈਠੇ ਗੁਰੀਲਾ ਯੁੱਧ ਲੜ ਰਹੇ ਸੀ, ਬਹੁਤ ਵੱਡੇ ਯੋਧੇ ਸੀ ਉਹ, ਪਰ ਉਹ ਹੁਕਮ ਨੂੰ ਪਛਾਣ ਨਾ ਸਕੇ। ਤੇ ਇਤਿਹਾਸ ਕਿਹਨੇ ਰਚਿਆ? ਬਾਬਾ ਦੀਪ ਸਿੰਘ ਦੀ ਲਕੀਰ ਨੇ, ਮਿੱਥ ਸਿਰ 'ਚ ਤੇ। ਸੋ ਜਦੋਂ ਹੋਂਦ ਦੀ ਲੜਾਈ ਹੁੰਦੀ ਆ, ਉਦੋਂ ਲਕੀਰ ਖਿੱਚਣੀ ਪੈਂਦੀ ਆ, ਫੇਰ ਹੀ ਮਿੱਥ ਸਿਰਜੇ ਜਾਂਦੇ ਆ, ਇਹ ਸਿਰਜੇ ਜਾਂਦੇ ਆ। ਇਸੇ ਲਈ ਆਪਾਂ ਗੱਲ ਵਾਪਸ ਜੁਗਰਾਜ ਤੇ ਆਉਣੇ ਆ। ਜਦੋਂ 26 ਜਨਵਰੀ ਨੂੰ ਅਸੀਂ ਦਿੱਲੀ ਨੂੰ ਤੁਰੇ, ਕੋਈ ਮਿੱਥ ਕੇ ਨਹੀਂ ਗਿਆ, ਕੋਈ ਗਿਣਤੀਆਂ ਮਿਣਤੀਆਂ ਨਹੀਂ ਸੀ ਵੀ ਕਿੱਧਰ ਨੂੰ ਜਾਣਾ। ਕੌਮ ਹੋਂਦ ਦੀ ਲੜਾਈ ਲੜ ਰਹੀ ਹੈ, ਇਸ ਗੱਲ ਨੂੰ ਯਾਦ ਰੱਖਿਓ।
ਹੁਣ ਦਿੱਲੀ ਨੂੰ ਤੁਰ ਪਏ ਆ, ਜਿਵੇਂ ਸਾਡੇ ਢਾਡੀ ਜੱਥੇ ਸਾਡੇ ਸਾਹਮਣੇ ਵਾਰਾਂ ਪਾਉਂਦੇ ਆ, ਉਸੇ ਪ੍ਰਸੰਗ 'ਚ ਲਿਓ। ਕਈ ਵਾਰੀ ਜਿਹੜੇ ਵਰਤਾਰੇ ਵਾਪਰ ਜਾਂਦੇ ਆ ਉਹ ਅੱਜ ਦੇ ਪ੍ਰਸੰਗ 'ਚ, ਇਸ ਵਰਤਮਾਨ ਦੇ ਪ੍ਰਸੰਗ 'ਚ ਸਾਨੂੰ ਸਮਝ ਨਹੀਂ ਆਉਂਦੇ, ਪਰ ਆਉਣ ਵਾਲੀਆਂ ਭਵਿੱਖ ਦੀਆਂ ਜਨਰੇਸ਼ਨਸ ਨੂੰ ਜਮਾਂ ਹੀ ਕੋਈ ਇੰਨਾ ਰੱਤੀ ਭਰ ਵੀ ਸ਼ੱਕ ਨਹੀਂ ਹੋਣਾ ਜੋ ਵਾਪਰ ਗਿਆ ਉਹ ਗੁਰੂ ਦੇ ਹੁਕਮ 'ਚ ਵਾਪਰਿਆ ਸੀ ਤੇ ਉਹ ਖਾਲਸਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਉਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਅੱਜ ਹੋ ਸਕਦਾ ਕੁਝ ਸਾਡੇ ਬੰਦਿਆਂ ਨੂੰ ਇਸ ਗੱਲ ਦੀ ਸਮਝ ਨਾ ਆਈ ਹੋਵੇ, ਹਜੇ ਤੱਕ ਨਾ ਆਈ ਹੋਵੇ, ਪਰ ਆਉਣ ਵਾਲੀਆਂ ਨਸਲਾਂ ਨੂੰ, ਆਉਣ ਵਾਲੇ ਜਿਹੜੇ ਸਾਡੇ ਇਸ ਧਰਤੀ ਤੋਂ ਜਵਾਨ ਪੈਦਾ ਹੋਣਗੇ, ਯੋਧੇ ਪੈਦਾ ਹੋਣਗੇ, ਇਤਿਹਾਸ ਨੂੰ ਕੋਈ ਸ਼ੱਕ ਨਹੀਂ ਹੋਣਾ ਜੋ ਬਾਬਾ ਬਘੇਲ ਸਿੰਘ ਨੇ ਕਰਤਾ ਉਹ ਜਗਰਾਜ ਸਿੰਘ ਨੇ ਉਹਦੇ 26 ਜਨਵਰੀ ਨੂੰ ਕਰਤਾ ਸੀ। ਸ੍ਰੀ ਅਕਾਲ। ਹੁਣ 26 ਜਨਵਰੀ ਦਾ ਦਿਨ ਮਿੱਥ ਕੇ ਤੌਰ ਤੇ ਹੋਂਦ ਦੀ ਲੜਾਈ ਲੜੀ ਜਾ ਰਹੀ ਆ। ਦਿੱਲੀ ਨੂੰ ਤੁਰ ਪਏ, ਕੋਈ ਮਿੱਥ ਕੇ ਨਹੀਂ ਕਿਹਾ, ਕੋਈ ਗਿਣਤੀਆਂ ਮਿਣਤੀਆਂ ਨਹੀਂ। ਸਾਨੂੰ ਇਹ ਨਹੀਂ ਪਤਾ ਸਾਡੇ ਨਾਲ ਕਿੰਨੇ ਸਿੰਘ ਨਹੀਂ ਆ। ਜਾ ਕੇ ਲਾਲ ਕਿਲੇ ਦਾ ਦਰਵਾਜ਼ਾ ਭੰਨ ਲਿਆ, ਬਸ ਲਾਲ ਕਿਲੇ ਦਾ ਦਰਵਾਜ਼ਾ ਭੰਨ ਲਿਆ, ਉੱਤੇ ਚੜ ਕੇ ਕਿਸੇ ਸਰਕਾਰ ਦਾ ਡਰ ਨਹੀਂ, ਕਿਸੇ ਮੋਦੀ ਸ਼ਾਸਕ ਦਾ ਡਰ ਨਹੀਂ, ਕਿਸੇ ਅਮਨ ਸ਼ਾਹ ਦਾ ਡਰ ਨਹੀਂ। ਸਿੰਘ ਯੋਧੇ ਹੋ ਪਏ ਕਿਲੇ ਵਾਲ ਨੂੰ ਸਿੱਧੇ। ਜਦੋਂ ਅੱਗੇ ਜਾ ਕੇ ਇੱਕ ਪੋਲ ਦੇਖਿਆ ਕਿ ਇਹ ਕਿਹੜਾ ਪੋਲ ਆ, ਇਹ ਪ੍ਰਧਾਨ ਮੰਤਰੀ ਇੱਥੇ ਝੰਡਾ ਚੜਾਉਂਦਾ, ਇੱਥੇ ਖਾਲਸਾ ਹੀ ਨਿਸ਼ਾਨ ਸਾਹਿਬ ਝੂਲੂਗਾ। ਉਹ ਗੁਰੂ ਦਾ ਹੁਕਮ ਸੀ। ਜਿਹੜਾ ਗੁਰੂ ਦੇ ਹੁਕਮ ਨੂੰ ਪਛਾਣ ਕੇ ਉਸ ਹੁਕਮ ਤੇ ਖਰਾ ਉਤਰ ਜਾਂਦਾ, ਉਹ ਇਤਿਹਾਸ ਰਚ ਜਾਂਦਾ, ਮਿੱਥ ਸਿਰਜੇ ਜਾਂਦੇ ਆ। ਜਿਵੇਂ ਮੈਂ ਕਿਹਾ ਅੱਜ ਦੇ ਪ੍ਰਸੰਗ 'ਚ ਤੁਹਾਨੂੰ ਗੱਲ ਬਹੁਤ ਛੋਟੀ ਲੱਗਦੀ ਹੋਵੇ, ਗੱਲ ਛੋਟੀ ਨਹੀਂ ਸੀ। ਉਹ ਦਿੱਲੀ 'ਚ ਬੈਠੇ ਹੁਕਮਰਾਨ, ਉਹ ਜਿਹੜੇ ਸਾਡੇ ਸ਼ਾਸਕ ਬਣੇ ਫਿਰਦੇ ਆ, ਜਿਹੜੇ ਸਾਡੇ ਅੱਜ ਤਾਨਾਸ਼ਾਹ ਸ਼ਾਸਕ ਬਣੇ ਫਿਰਦੇ ਆ, ਉਹਨਾਂ ਦੀ ਉਹ ਭੈਭੀਤ ਹੋ ਗਏ ਇਸ ਗੱਲ ਤੋਂ। ਸਾਨੂੰ ਪਤਾ ਗੱਲ ਵਾਪਰੀ ਕਿ ਕੋਈ ਸਟੇਟ ਦੇਖੋ ਜਦੋਂ ਹੋਂਦ ਦੀ ਲੜਾਈ ਲੜਦੇ ਆ, ਗੱਲ ਕੀ ਵਾਪਰਦੀ ਆ, ਕੌਮ ਦੀ ਗੁਰੀਲਾ ਯੁੱਧ ਲੜਨਾ ਹੁੰਦਾ। ਸਾਨੂੰ ਪਤਾ ਬੈਲੈਂਸ ਆਫ ਪਾਵਰ ਉਧਰ ਬਹੁਤ ਵੱਡੀ ਸ਼ਕਤੀ ਆ, ਇੱਕ ਸਟੇਟ ਬੈਠੀ ਆ ਤੇ ਸਾਡੇ ਕੋਲੇ 2% ਵੀ ਪੂਰੇ ਨਹੀਂ, ਤੇ 2% ਚੋਂ ਕੁਝ ਕੁ ਹਜ਼ਾਰ ਬੰਦੇ ਨਿਹੱਥੇ ਲਾਲ ਕਿਲੇ ਬੈਠੇ ਆ, ਜਾ ਕੇ ਕੁਝ ਮਿੱਥ ਕੇ ਨਹੀਂ ਗਏ, ਪਰ ਜਾ ਕੇ ਖਾਲਸਾ ਹੀ ਨਿਸ਼ਾਨ ਸਾਹਿਬ ਚੜਾਤਾ, ਕਿਸਾਨੀ ਦਾ ਝੰਡਾ ਚੜਾਤਾ। ਸੋ ਕੌਮਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਡੇ ਚਿੰਨ੍ਹਾਂ 'ਚ ਹੁੰਦਾ। ਜਦੋਂ ਬਾਬਾ ਗਰਜਾ ਸਿੰਘ ਬੋਤਾ ਸਿੰਘ ਨੂੰ ਲਲਕਾਰ ਪਈ ਸੀ, ਮੁਗਲ ਕਹਿੰਦੇ ਸੀ ਸਿੱਖ ਇਹਨਾਂ ਦੇ ਖੁਰਾ ਖੋਜ ਮੰਡਾਤਾ, ਇਹਨਾਂ ਨੂੰ ਹੁਣ ਅਸੀਂ ਇਸ ਧਰਤੀ ਤੋਂ ਪੈਦਾ ਨਹੀਂ ਹੋਣ ਦੇਣਾ। ਉਹਨਾਂ ਨੇ ਜਾ ਕੇ ਖਾਲਸਾ ਨਿਸ਼ਾਨ ਸਾਹਿਬ ਚਲਾ ਕੇ ਹੋਂਦ ਦਾ ਪ੍ਰਗਟਾਵਾ ਕੀਤਾ ਸੀ। ਉਸੇ ਹੋਂਦ ਦਾ ਪ੍ਰਗਟਾਵਾ ਉਸ ਦਿਨ ਜੁਗਰਾਜ ਸਿੰਘ ਨੇ ਜਦੋਂ ਚੜਿਆ ਉੱਤੇ ਪੋਲ ਤੇ ਇੱਕ ਜੇ ਕਿਸੇ ਨੇ ਵੀਡੀਓ ਮੈਨੂੰ ਲੱਗਦਾ ਸਾਰਿਆਂ ਨੇ ਦੇਖੀ ਹੋਊਗੀ, ਜਦੋਂ ਉੱਤੇ ਚੜ ਕੇ ਲਾਇਆ ਖਾਲਸਾ ਨਿਸ਼ਾਨ ਸਾਹਿਬ ਤੇ ਫਿਰ ਐਂ ਕੀਤਾ, ਐਂ ਜਿਵੇਂ ਆ ਸਾਰਾ ਜਹਾਨ, ਉਹ ਸਾਰੇ ਜਹਾਨ ਦਾ ਬਾਲੀ, ਉਹਦਾ ਨਿਸ਼ਾਨ ਦਿੱਲੀ ਦੇ ਤਖਤ ਤੇ ਝੂਲ ਗਿਆ। ਸੋ ਅਚਾਨਕ ਕੁਛ ਨਹੀਂ ਹੁੰਦਾ। ਇਹ ਵਰਤਾਰੇ ਕਿੱਥੋਂ ਚੱਲਦੇ ਆ? ਇਹ ਵਰਤਾਰੇ ਸਾਡੇ ਉਚੇਤਨ ਮਨ ਚੋਂ ਚੱਲਦੇ ਆ। ਉਸ ਉਚੇਤਨ ਮਨ ਚ ਜਿੱਥੇ ਸਾਡਾ ਰਾਜ ਪਿਆ, ਜਿੱਥੇ 10ਵੇਂ ਪਾਤਸ਼ਾਹ ਦਾ, ਹਾਂਜੀ ਕੋਈ ਨਹੀਂ ਬਹਿ ਜਾਓ, ਐਡੀ ਇਹਦਾ ਉਹਦੀ ਕਿਰਪਾ ਵਰਤ ਰਹੀ ਹੈ ਜੀ। ਹਾਂ ਪਹਿਰਾ ਪ੍ਰਤੱਖ। ਸੋ ਠੀਕ ਆ, ਸਾਡੇ ਤੇ ਕੇਸ ਪੈ ਗਏ, ਕੇਸ ਵੀ ਚੱਲ ਲਾਂਗੇ। ਕੋਈ ਸਾਡੇ ਕੋਲੇ ਹਥਿਆਰ ਨਹੀਂ ਸੀ, ਕੋਈ ਪਹਿਲਾਂ ਮਿੱਥ ਕੇ ਨਹੀਂ ਗਏ ਸੀ, ਨਾ ਮੈਂ ਜੁਗਰਾਜ ਨੂੰ ਜਾਣਾ, ਨਾ ਜੁਗਰਾਜ ਮੈਨੂੰ ਜਾਣੇ। ਅਸੀਂ ਸਿਰਫ 26 ਜਨਵਰੀ ਨੂੰ ਉੱਥੇ ਹੀ ਮਿਲੇ। ਲਾਲ ਕਿਲਾ ਜਿਹੜਾ ਇਹਨਾਂ ਦਾ ਤਖਤ ਅੱਜ, ਉੱਥੇ ਟਰੈਕਟਰ ਤੇ ਖੜ ਕੇ ਦੋਵਾਂ ਭਰਾਵਾਂ ਨੇ ਜਗਾਰੇ ਬੁਲਾਏ ਆ। ਇਹ ਤੁਸੀਂ ਵੀਡੀਓ ਕੱਢ ਕੇ ਦੇਖ ਲਓ, ਐਡੀ ਚੜ੍ਹਦੀ ਕਲਾ ਯਾਰ, ਐਡੀ ਚੜ੍ਹਦੀ ਕਲਾ ਵੀ ਪੰਜਾਬ 'ਚ ਹਰ ਸ਼ਖਸ ਇੱਥੇ ਹਰ ਕਿਸੇ ਧਰਮ ਜਾਤ ਨੂੰ ਫਿਰਕੇ ਨੂੰ ਸੰਬੰਧ ਰੱਖਦਾ ਹੋਵੇ, ਉਹਦੇ ਮੂੰਹ ਤੇ ਇੱਕੋ ਹੀ ਆਵਾਜ਼ ਸੀ ਵੀ ਆ ਤਾਂ ਨਜ਼ਾਰੇ ਲਿਆਦੇ ਆ। ਦਿਖਾਤਾ ਸਿੰਘਾਂ ਨੇ ਵੀ ਪੰਜਾਬ ਦੇ ਯੋਧੇ ਹੁੰਦੇ ਕੀ ਆ। ਸੋ ਹੋਂਦ ਦਾ ਪ੍ਰਗਟਾਵਾ ਕੀਤਾ। ਇਸ ਹੋਂਦ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਗਟ ਹੋਇਆ ਪੰਥ, ਇਹਨੂੰ ਕੋਈ ਨਹੀਂ ਮਿਟਾ ਸਕਦਾ, ਜਿੰਨੇ ਮਰਜ਼ੀ ਮੋਦੀ ਅਮਿਤ ਸ਼ਾਹ ਆ ਜਾਣ। ਤੇ ਹਾਂਜੀ
ਆ ਵਪਾਰਕ ਢਾਂਚੇ ਚੋਂ ਨਿਕਲੀ ਹੋਈ ਸੋਚ ਸਾਨੂੰ ਕਰਦੀ ਆ ਵੀ ਯਾਰ ਤੁਸੀਂ 26 ਜਨਵਰੀ ਨੂੰ ਉੱਥੇ ਨਿਸ਼ਾਨ ਸਾਹਿਬ ਚੜਾਤਾ ਤੇ ਖੱਟਿਆ ਕੀ। ਅੱਛਾ, ਇਹਦਾ ਜਵਾਬ ਕਈ ਵਾਰੀ ਔਖਾ ਵੀ ਬੜਾ। ਸੋ ਇਹ ਸਵਾਲ ਬੜਾ ਜ਼ਰੂਰੀ ਆ। ਆਪਾਂ ਗੱਲਬਾਤ ਕਰੀਏ ਬੈਠ ਕੇ, ਇਹਨਾਂ ਸਵਾਲਾਂ ਜਵਾਬਾਂ ਨੂੰ ਵਿਚਾਰੀਏ, ਕਿਉਂਕਿ ਅੱਜ ਦਾ ਜਿਹੜਾ ਇੱਕ ਸਮਾਜ ਦੀ ਬਣਤਰ ਬਣ ਚੁੱਕੀ ਹੈ ਨਾ, ਉਹ ਬੜੀ ਵਪਾਰਕ ਬਣ ਚੁੱਕੀ ਹੈ। ਹਰ ਚੀਜ਼ ਨੂੰ ਵਪਾਰਕ ਨਜ਼ਰੀਏ ਚੋਂ ਦੇਖਣਾ। ਕੋਈ ਬੰਦਾ ਆ ਕੇ ਸਾਡੇ ਕੌਮ ਦੀ ਗੱਲ ਕਰਦਾ, ਸਾਡੇ ਸ਼ਹੀਦਾਂ ਦੀ ਗੱਲ ਕਰਦਾ, ਕੋਈ ਵੀ ਜ਼ਰੂਰੀ ਨਹੀਂ ਮੇਰੀ ਕੋਈ ਹਸਤੀ ਨਹੀਂ, ਤਾਂ ਉਹਨੂੰ ਵੀ ਵਪਾਰਕ ਨਜ਼ਰੀਏ ਚੋਂ ਦੇਖਣਾ ਵੀ ਕੋਈ ਨਾ ਕੋਈ ਮਕਸਦ ਹੋਊਗਾ, ਕੋਈ ਨਾ ਕੋਈ ਗੱਲ ਮਿੱਥ ਕੇ ਆਇਆ ਹੋ, ਇਸ ਗੱਲ ਦੇ ਪਿੱਛੇ ਕੋਈ ਗੱਲ ਪਈ ਹੋਊਗੀ। ਹਰ ਇੱਕ ਵਰਤਾਰੇ ਨੂੰ ਐਡਾ ਵੱਡਾ ਵਰਤਾਰਾ ਖਾਲਸਾਈ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਝੁਲਾਦਾ ਸਿੰਘਾਂ ਨੇ, ਤੇ ਇਹਨੂੰ ਵੀ ਵਪਾਰਕ ਦ੍ਰਿਸ਼ਟੀ ਨਾਲ ਦੇਖੀ ਜਾਣਾ ਵੀ ਖੱਟਿਆ ਕੀ। ਪਹਿਲੀ ਗੱਲ ਸਮਝਣ ਵਾਲੀ ਇਹ ਆ, ਕੌਮ ਹੋਂਦ ਦੀ ਲੜਾਈ ਲੜ ਰਹੀ ਆ। ਇੱਥੇ ਕੋਈ ਰੋਟੀ ਪਾਣੀ ਦਾ ਮਸਲਾ ਥੋੜੀ ਆ, ਇੱਥੇ ਕੋਈ ਵਪਾਰਕ ਸਾਂਝ ਥੋੜੀ ਪਾਉਣ ਗਏ ਆ। ਅਸੀਂ ਤਾਂ ਆਪਣੀ ਹੋਂਦ ਦੀ ਲੜਾਈ ਲੜੀ ਜਾਂਦੇ ਆ। ਜਦੋਂ ਹੋਂਦ ਦੀ ਲੜਾਈ ਲੜੀ ਜਾਂਦੇ ਆ, ਫਿਰ ਕੀ ਖੱਟਦੀ ਹੁੰਦੀ ਹੈ ਕੌਮ, ਇਹ ਦੇਖਦੇ ਆ ਆਪਾਂ। 26 ਤਰੀਕ ਨੂੰ ਜਦੋਂ ਸਾਡਾ ਜੁਗਰਾਜ ਉਹ ਖਾਲਸਾਈ ਨਿਸ਼ਾਨ ਸਾਹਿਬ ਚੜਾ ਕੇ ਆਇਆ, ਅੱਜ ਵੀ ਜੁਗਰਾਜ ਇਹ ਕਹਿ ਰਿਹਾ ਮੈਨੂੰ ਪਤਾ ਹੀ ਨਹੀਂ ਲੱਗਿਆ, ਪਰ ਖੱਟਿਆ ਕੀ ਆਪਾਂ, ਇਹ ਦੇਖੋ ਪ੍ਰਤੱਖ ਗੱਲ। 26 ਤਰੀਕ ਨੂੰ ਖੰਡੇ ਬਾਟੇ ਦੀ ਕੋਈ ਬੋਲ ਨਹੀਂ ਸੀ ਉਹਦੇ ਕੋਲੇ, ਕੋਈ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਸੀ, ਸਿੰਘ ਨਹੀਂ ਸਜਿਆ ਸੀ। ਅੱਜ ਜਦੋਂ ਆਪਾਂ ਇੱਥੇ ਬੈਠੇ ਇਕੱਠੇ ਹੋਏ ਆ, ਅੱਜ ਉਹ ਖੰਡੇ ਬਾਟੇ ਦੀ ਬੋਲ ਵੀ ਲੈ ਕੇ ਤੇ ਸਿੰਘ ਸੱਜ ਚੁੱਕਿਆ। ਇਹ ਖੱਟਿਆ ਜਾਂਦਾ ਹੁੰਦਾ ਜਦੋਂ ਕੌਮ ਆਪਦੀ ਹੋਂਦ ਦੀ ਲੜਾਈ ਲੜਦੀ ਹੈ। ਸੋ ਜਦੋਂ ਕੌਮ ਹੋਂਦ ਦੀ ਲੜਾਈ ਲੜਦੀ ਆ, ਉਸ ਵਰਤਾਰੇ ਨੇ ਕਹਿੰਦਾ ਜੁਗਰਾਜ ਨੂੰ ਸਿੰਘ ਨਹੀਂ ਸਜਾਇਆ, ਹਰਿਆਣੇ 'ਚ ਬੈਠੇ ਜਾਟ ਸਿੰਘ ਸਜਣ ਲੱਗ ਗਏ। ਉਹ ਵਾਟਰ ਕੈਨਨ ਵਾਲਾ ਨਵਦੀਪ, ਉਹਦੇ ਫਾਦਰ ਸਾਹਿਬ, ਉਹਦੇ ਪਿਤਾ ਜੀ ਨੇ, ਉਹ ਪਿਤਾ ਜੀ ਉਹਦੇ ਸਿੰਘ ਸਜ ਗਏ। ਤੁਸੀਂ ਵੇਖੋ ਕਿੱਥੋਂ ਤੱਕ ਗੱਲ ਜਾਂਦੀ ਆ। ਸੋ ਕੌਮਾਂ ਦਾ ਦਰਦ ਵਾ, ਕੌਮਾਂ ਦੇ ਚਿੰਨ੍ਹਾਂ ਦਾ ਦਰਦ ਵਾ, ਆਹਾ ਖੱਟਿਆ ਜਾਂਦਾ ਹੁੰਦਾ ਜਦੋਂ ਹੋਂਦ ਦੀ ਲੜਾਈ ਲੜਦੇ ਆ। ਜਿਹੜੇ ਚਾਹੁੰਦੇ ਆ ਨਾ ਅੱਜ ਸਰਕਾਰਾਂ, ਜਾਂ ਇੱਕ ਹੋਰ ਗੱਲ ਮੈਂ ਕਰਦਾ, ਕਾਮਰੇਡ ਵੀ ਚਾਹੁੰਦੇ ਆ ਸਰਕਾਰਾਂ ਦੇ ਨਾਲ, ਉਹਨਾਂ ਦੇ ਪਿੱਠੂ ਬਣ ਕੇ ਚੱਲਦੇ ਆ ਵੀ ਇੱਥੋਂ ਸਿੱਖੀ ਦੀ ਜੜ ਪੱਟੋ, ਸਿੱਖੀ ਦਾ ਖੁਰਾ ਕੋਲ ਪਟਾ ਦਿਓ। ਕੋਈ ਯਾਰ ਇਹਦੀ ਜੜ ਕਿੱਥੋਂ ਪੱਟ ਲਓਗੇ? ਇਹਦਾ 550 ਸਾਲ ਪਹਿਲਾਂ ਬਾਬੇ ਨੇ ਪਤਾ ਨਹੀਂ ਕਿੱਥੇ ਜਾ ਕੇ ਲਾਈ ਹੈ। ਸੋ ਅੱਜ ਮੈਨੂੰ ਕੱਲ ਇੱਕ ਬਾਹਰੋਂ ਮੈਸੇਜ ਆਇਆ, ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਇੱਕ ਬਾਹਰ, ਨਾਸਾ ਲਾਇਬ੍ਰੇਰੀ। ਉਹਦੇ ਲਾਇਬ੍ਰੇਰੀ 'ਚ 7 ਮੰਜ਼ਲਾਂ, 6 ਮੰਜ਼ਲਾਂ ਤੇ ਕਿਤਾਬਾਂ ਪਈਆਂ, ਸਾਰੀਆਂ ਦੁਨੀਆ ਦੀਆਂ ਕਿਤਾਬਾਂ ਪਈਆਂ। ਜੋ ਕਿਤਾਬ ਤੁਸੀਂ ਮੰਗੋਗੇ ਉੱਥੋਂ ਮਿਲ ਜੂਗੀ। ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ 7ਵੇਂ ਮੰਜ਼ਲ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਅਮਰੀਕਾ 'ਚ 7ਵੇਂ ਮੰਜ਼ਲ ਤੇ ਉਸ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ। ਤੇ ਬਾਹਰ ਪਤਾ ਕੀ ਲਿਖਿਆ ਹੋਇਆ 7ਵੇਂ ਮੰਜ਼ਲ ਦੇ ਬਾਹਰ ਜਦੋਂ ਅਸੀਂ ਵੜਦੇ ਹਾਂ, ਉਹਦੇ 'ਚ ਲਾਰਡ ਆਫ ਦ ਵਰਲਡ, ਦੁਨੀਆ ਦਾ ਮਾਲਕ। ਅਮਰੀਕਾ 'ਚ ਤੇ ਸਾਡੀ ਜੜ ਕਿੱਥੋਂ ਪੱਟ ਲਓਗੇ ਤੁਸੀਂ ਯਾਰ? ਜਿਹੜਾ ਪੰਥੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਗਟ ਕੀਤਾ, ਹੋਂਦ ਦੀ ਲੜਾਈ ਵਕਤੀ ਤੌਰ ਤੇ ਤਾਂ ਅਸੀਂ ਲੜ ਸਕਦੇ ਆ, ਪਰ ਜਿਵੇਂ 10ਵੇਂ ਪਾਤਸ਼ਾਹ ਭਜਨ ਕਰਕੇ ਗਏ ਸੀ ਨਾ ਖਾਲਸੇ ਰਾਜ ਦਾ, ਤੇ ਝੂਲਣਗੇ ਦਿੱਲੀ ਤੇ ਖਾਲਸਾਈ ਨਿਸ਼ਾਨ ਸਾਹਿਬ, ਉਹ ਦਿਨ ਬਾਈ ਹੀ ਵਾਪਸ ਆਊਗਾ। ਗੁਰੂ 'ਚ ਭਰੋਸਾ ਰੱਖੋ। ਜੇ ਗੁਰੂ 'ਚ ਭਰੋਸਾ ਰੱਖ ਕੇ ਲੜਾਂਗੇ ਤਾਂ ਫਿਰ ਜਿੱਤ ਸਾਡੇ ਸਾਹਮਣੇ ਪਈ ਆ, ਬਖਸ਼ ਨਹੀਂ ਹੋਣੀ ਆ।
ਜਿੱਤ ਕੇ ਮੁੜਾਂਗੇ। ਜੇ ਗੁਰੂ 'ਚ ਭਰੋਸਾ ਹੀ ਹੈ ਨਹੀਂ, ਜੋ ਮਰਜ਼ੀ ਕਰੀ ਜਾਓ, ਸਾਡੇ ਪੱਲੇ ਕੁਛ ਨਹੀਂ ਪੈਣਾ। ਛਿੱਤਰ ਹੀ ਪੈਣਗੇ। ਛਿੱਤਰ ਹੁਣ ਵੀ ਖਾਈ ਜਾਂਦੇ ਆ। ਜਿਹੜੇ ਗੁਰੂ 'ਚ ਭਰੋਸਾ ਨਹੀਂ ਰੱਖਦੇ ਉਹ ਛਿੱਤਰ ਖਾਈ ਜਾਂਦੇ ਆ। ਉਹ ਵਪਾਰਕ ਦ੍ਰਿਸ਼ਟੀਕੋਣ ਦੇ ਹਿਸਾਬ ਨਾਲ ਖੱਟਿਆ ਕੀ ਖੱਟਣ ਨੂੰ ਅਸੀਂ ਤੇ ਰੋਟੀਆਂ ਮੰਗਣ ਥੋੜੀ ਗਏ ਸੀ ਉਹਨਾਂ ਤੋਂ। ਰੋਟੀਆਂ ਖਵਾਉਣ ਤੇ ਆਏ ਕਿ ਅਸੀਂ ਸਾਰੀ ਦੁਨੀਆ ਨੂੰ ਕਿਹੜਾ ਨਾ ਖਵਾ ਦਈਏ, ਸੋਨੇ ਦੀਆਂ ਕੰਧਾਂ ਕਿਹੜਾ ਨਾ ਅਸੀਂ ਉਸਾਰ ਦਈਏ। ਪਰ ਤੁਸੀਂ ਸਾਡਾ ਖੁਰਾ ਖੋਜ ਮਟਾਉਣ ਤੇ ਤੁਲੇ ਹੋ। ਉਹ ਵੀਰ ਮਨੂ ਨੇ ਬਾਟੀਆਂ ਲੱਖ ਪਾਈਆਂ, ਬਥੇਰਿਆਂ ਨੇ ਸਾਡਾ ਖੁਰਾ ਖੋਜ ਮਟਾਉਣ ਦੀ ਗੱਲ ਕੀਤੀ ਹੈ। ਇਤਿਹਾਸ ਪਿਆ, ਇਤਿਹਾਸ ਗਵਾਹ। ਫਿਰ ਇਹੋ ਜਿਹਾ ਇਤਿਹਾਸ ਜਿਹਦੇ 'ਚ ਇੰਨਾ ਵੀ ਕੋਈ ਨੁਕਸ ਕੱਢ ਕੇ ਦਿਖਾ ਦੇ। 550 ਸਾਲ ਪਹਿਲਾਂ ਇਤਿਹਾਸ ਸਿਰਜਣਾ ਸ਼ੁਰੂ ਕੀਤਾ, ਉਸ ਇਤਿਹਾਸ 'ਚ ਇੰਨਾ ਵੀ ਕੋਈ ਨੁਕਸ ਕੱਢ ਕੇ ਦਿਖਾ ਦੇ, ਫਿਰ ਸਾਨੂੰ ਨੀਵੇਂ ਥਾਂ ਪਾ ਲਓ। ਤੇ ਜੇ ਨਹੀਂ ਦਿਖਾ ਸਕਦੇ, ਫਿਰ ਇਸ ਕੌਮ ਦੀ ਸਰਪ੍ਰਸਤੀ ਕਬੂਲ ਕਰੋ, ਇਸ ਪੰਥ ਦੀ ਸਰਪ੍ਰਸਤੀ ਕਬੂਲ ਕਰੋ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੰਥ ਆ। ਉਹ ਆਪ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚਲਾਉਂਦਾ, ਇਹਦਾ ਖੁਰਾ ਖੋਜ ਨਹੀਂ ਕੋਈ ਮਿਟਾ ਸਕਦਾ। ਸੋ ਲੜਾਈ ਹੋਂਦ ਦੀ ਲੜੀ ਜਾਂਦੇ ਆ, ਗੁਰੂ ਦੀ ਸ਼ਰਨ 'ਚ ਉਹਦੇ ਤੇ ਭਰੋਸਾ ਰੱਖ ਕੇ ਲੜੀ ਜਾਊਗੀ। ਸਾਨੂੰ ਜ਼ਮੀਨਾਂ ਜਮਾਨਾਂ ਨਹੀਂ ਚਾਹੀਦੀਆਂ ਜਦੋਂ ਤੱਕ ਸਾਡੇ ਕੋਲੇ ਉਹ ਜ਼ਮੀਰ ਜਿਉਂਦੀ ਆ। ਅਸੀਂ ਜ਼ਮੀਨਾਂ ਵੀ ਬਚਾ ਲਾਂਗੇ, ਤੇ ਜੇ ਜ਼ਮੀਰ ਹੀ ਸਾਡੇ ਤੋਂ ਖੁੱਸ ਗਈ, ਗੁਰੂ ਦਾ ਭਰੋਸਾ ਹੀ ਸਾਡੇ ਤੋਂ ਖੁੱਸ ਗਿਆ, ਫਿਰ ਜ਼ਮੀਨਾਂ ਰੱਖ ਕੇ ਸਾਡਾ ਕੋਈ ਫਾਇਦਾ ਨਹੀਂ। ਸੋ ਨਤਮਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੋਣਾ। ਉਹ ਗੁਰੂ 'ਚ ਭਰੋਸਾ ਰੱਖ ਕੇ ਇਹ ਲੜਾਈ ਲੜੀ ਜਾਊਗੀ। ਇੰਨੀਆਂ ਕੁ ਗੱਲਾਂ ਅੱਜ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਸਮਾਰੋਹ ਜਾਂ ਸਮਾਗਮ। ਸਭ ਤੋਂ ਪਹਿਲਾਂ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨੇ ਸਾਡੀ ਰੱਖ ਲਈ। ਗੁਰਪੁਰਬ ਮੇਰੀ ਰਾਖ ਲਈ, ਇਹ ਸਾਡੀ ਇੱਜ਼ਤ ਰੱਖ ਲਈ ਕਿ ਇਹਨਾਂ ਦੀ ਬੇਲ ਜਿਹੜੀ ਆ ਉਹ ਬਾਹਰੋਂ ਬਾਹਰ ਹੋ ਗਈ। ਸਭ ਤੋਂ ਵੱਡਾ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਦੂਜੀ ਗੱਲ, ਸ਼ੁਕਰਾਨਾ ਪੰਜਾਬ ਲਾਇਰਸ ਐਸੋਸੀਏਸ਼ਨ, ਕੰਵਰਪਾਲ ਸਿੰਘ ਜੀ ਦਲ ਖਾਲਸਾ ਸੰਪਰਕ ਕਰਦੇ ਨੇ ਜਸਪਾਲ ਸਿੰਘ ਮੰਝਪੁਰ ਨੂੰ। ਮੰਝਪੁਰ ਸਾਹਿਬ ਮੈਨੂੰ ਕਹਿੰਦੇ ਨੇ, ਤੇ ਇਹ ਸੇਵਾ ਮੇਰੇ ਜਿਵੇਂ ਲਾਤੀ ਗਈ। ਇਹ ਗੁਰੂ ਰਾਮਦਾਸ ਜੀ ਨੇ ਆਪ ਲਗਵਾਈ। ਮੈਂ ਕੁਛ ਨਹੀਂ ਕਰ ਸਕਦੇ ਸੀ, ਸਾਡੇ ਵੱਸ ਦਾ ਕੁਛ ਨਹੀਂ। ਇੱਕ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਵਡਿਆਈ ਮੈਨੂੰ ਬਖਸ਼ਣੀ ਸੀ, ਮੇਰਾ ਨਾਂ ਲੱਗ ਗਿਆ, ਤੇ ਜੁਗਰਾਜ ਸਿੰਘ ਨੂੰ ਬੇਲ ਗੁਰੂ ਰਾਮਦਾਸ ਜੀ ਨੇ ਆਪ ਦਵਾਈ। ਗੁਰੂ ਰੂਪ ਸਾਧ ਸੰਗਤ ਜੀ, ਸ਼ਹੀਦਾਂ ਦੀ ਧਰਤੀ ਤੇ ਬੈਠੇ ਹਾਂ। ਉਹ ਸ਼ਹੀਦਾਂ ਦਾ ਖੂਨ ਮੈਂ ਜਦੋਂ ਪੜ੍ਹਦਾ ਹਾਂ, ਬਾਬਾ ਤਾਰਾ ਸਿੰਘ ਜੀ ਵਾਂਸ ਸ਼ਹੀਦ ਜੀ, ਉਹਨਾਂ ਦੇ ਨਾਲ 21-22 ਯੋਧੇ ਹੋਰ ਮੋਮਨ ਖਾਨ ਦੇ ਨਾਲ ਲੜਾਈ 'ਚ ਸ਼ਹੀਦ ਹੁੰਦੇ ਨੇ। ਇਸ ਸਹੀ ਜਗ੍ਹਾ ਦੇ ਉੱਤੇ ਉਹਨਾਂ ਦਾ ਸਥਾਨ ਹੈ। ਇਹ ਉਹਨਾਂ ਸ਼ਹੀਦਾਂ ਦੀਆਂ ਰੂਹਾਂ ਵੀ ਸਾਡੇ ਵਿੱਚ ਬੈਠੀਆਂ ਹੋਈਆਂ ਹਨ। ਇਹ ਉਹਨਾਂ ਦਾ ਵੀ ਸ਼ੁਕਰਾਨਾ ਹੈ ਜਿਨ੍ਹਾਂ ਨੇ ਸਾਨੂੰ ਜੁਗਰਾਜ ਸਿੰਘ ਨਾਮ ਦਾ ਇੱਕ ਬੰਦਾ ਜੋ ਹੈ ਇੱਥੋਂ ਹੀ ਦਿੱਤਾ ਹੈ। ਇਹ ਰੂਹ ਉਹਨਾਂ ਸ਼ਹੀਦਾਂ ਦੀ ਰੂਹ ਦੇ ਵਿੱਚੋਂ ਮੈਨੂੰ ਮਹਿਸੂਸ ਹੋ ਰਹੀ ਹੈ। ਔਰ ਇਹ ਕਾਰਜ ਇਹ ਵੀ ਉਹਨਾਂ ਨੇ ਆਪ ਹੀ ਕਰਵਾਇਆ ਹੈ। ਕਿਵੇਂ? ਜਦੋਂ 26 ਜਨਵਰੀ ਦੀ ਗੱਲ ਆਉਂਦੀ ਹੈ, ਆਪ ਸਭ ਨੇ ਟੀਵੀ ਦੇਖਿਆ ਹੋਏਗਾ। ਉਸ ਦਿਨ ਸਾਰੀਆਂ ਸੰਗਤਾਂ ਦਾ ਧਿਆਨ ਉੱਤੇ ਹੀ ਸੀ। ਕੀ ਵੇਖ ਰਹੇ ਸਨ? ਇੱਕ ਚੜ੍ਹਨ ਲੱਗਦਾ, ਨਹੀਂ ਚੜਿਆ ਗਿਆ। ਇੱਕ ਚੜ੍ਹ ਵੀ ਗਿਆ, ਨਹੀਂ ਲੱਗਾ। ਤੇ ਫਿਰ ਥੱਲੇ ਬੈਠਾ ਖੜਾ ਭਾਈ ਜੁਗਰਾਜ ਸਿੰਘ ਆਪਣੇ ਬੂਟ ਉਤਾਰਦਾ, ਜਰਾਬਾਂ ਲਾਉਂਦਾ, ਤੇ ਮੂੰਹ ਦੇ ਵਿੱਚ ਨਿਸ਼ਾਨ ਸਾਹਿਬ ਫੜ ਕੇ ਚੜ ਜਾਂਦਾ। ਨਿਸ਼ਾਨ ਸਾਹਿਬ ਲਗਾ ਦਿੰਦਾ ਹੈ।
ਲਗਾਉਣ ਤੋਂ ਬਾਅਦ ਪ੍ਰਤੀਕਿਰਿਆ ਸੰਗਤਾਂ ਵਿੱਚ ਕੀ ਹੈ। ਮੇਰੇ ਕੋਲ ਬਹੁਤ ਸਾਰੀਆਂ ਬੀਬੀਆਂ, ਮੇਰੇ ਵੀਰ ਆਉਂਦੇ ਨੇ, ਕਹਿੰਦੇ ਨੇ ਜਦੋਂ ਇਹ ਨਿਸ਼ਾਨ ਸਾਹਿਬ ਲੈ ਕੇ ਉੱਤੇ ਚੜ ਗਿਆ ਤੇ ਸਾਹਮਣੇ ਸਿਕਿਉਰਿਟੀ ਵਾਲੇ ਬੈਠੇ ਸਨ, ਇਹ ਲੱਗ ਰਿਹਾ ਸੀ ਕਿ ਉਹਨੇ ਨਿਸ਼ਾਨਾ ਹੁਣੇ ਲਿਆ ਨਹੀਂ ਤੇ ਥੱਲੇ ਡਿੱਗਾ ਨਹੀਂ। ਜਾਨ ਹਥੇਲੀ ਤੇ ਰੱਖ ਕੇ ਹੀ ਉੱਤੇ ਜਾਣਾ ਪੈਂਦਾ ਹੈ, ਐਵੇਂ ਨਹੀਂ ਜਾਇਆ ਜਾਂਦਾ। ਇਹ ਕੰਮ ਮੇਰੇ ਇਸ ਵੀਰ ਨੇ ਕੀਤਾ ਤੇ ਇਹਨੂੰ ਮੈਂ ਪੁੱਛਿਆ, ਭਾਵੇਂ ਇਨਵੈਸਟੀਗੇਟਰ ਨੇ ਵੀ ਪੁੱਛਿਆ ਇਹਨੂੰ, ਜਿਹੜਾ ਪੁਲਿਸ ਇੰਸਪੈਕਟਰ ਜਿਹੜਾ ਇਹਨਾਂ ਦੀ ਜਾਂਚ ਕਰ ਰਿਹਾ ਸੀ, ਉਹਨੇ ਵੀ ਪੁੱਛਿਆ, ਉਹ ਤੇਰੇ 'ਚ ਫੁਰਤੀ ਬੜੀ ਸੀ, ਕਿਵੇਂ ਚੜ ਗਿਆ ਤੂੰ ਇੱਕਦਮ, ਐ ਪਤਾ ਹੀ ਨਹੀਂ ਲੱਗਾ। ਤੇ ਇਹਦਾ ਕੀ ਉੱਤਰ ਸੀ? ਕਹਿੰਦਾ ਮੇਰੇ 'ਚ ਕਿਤੇ ਫੁਰਤੀ ਸੀ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕੌਣ ਮੈਨੂੰ ਉੱਤੇ ਚੁੱਕ ਕੇ ਲੈ ਗਿਆ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਸ਼ਹੀਦਾਂ ਦੀ ਹੀ ਸ਼ਕਤੀ ਸੀ, ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੀ ਸ਼ਕਤੀ ਸੀ ਜੋ ਇਹਨੂੰ ਚੁੱਕ ਕੇ ਤਾਂ ਲਿਜਾ ਰਹੀ ਸੀ। ਫਿਰ ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਇਹ ਰੂਪੋਸ਼ ਹੋ ਜਾਂਦੇ ਨੇ, ਵਿਚਰਦੇ ਨੇ ਇੱਧਰ ਉੱਧਰ, ਕਿੰਨੀਆਂ ਮੁਸੀਬਤਾਂ ਹੋਣਗੀਆਂ ਉਹ ਆਪ ਸਭ ਸਮਝ ਸਕਦੇ ਹੋ। ਖਾਸ ਕਰਕੇ ਉਹ ਬੰਦੇ ਜਿਨ੍ਹਾਂ 'ਚ ਹੋ ਸਕਦਾ ਮੈਂ ਵੀ ਆ ਤੇ ਮੰਝਪੁਰ ਵੀ ਆ ਤੇ ਹੋਰ ਮੇਰੇ ਬੜੇ ਵੀਰ ਨੇ, ਉਹਨਾਂ ਨੂੰ ਪਤਾ ਕਿ ਕੀ ਤੇ ਕੌਣ ਮਦਦ ਕਰਦਾ ਤੇ ਕੌਣ ਕਹਿੰਦਾ ਭੱਜ ਜਾ ਇੱਥੋਂ। ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦਾ ਸੰਪਰਕ ਜਦੋਂ ਸਾਡੇ ਨਾਲ ਹੁੰਦਾ ਹੈ ਥਰੂ ਮੇਰੇ ਵੀਰ ਪੰਜਾਬ ਜੋ ਹੈ ਪੰਜ ਆਬ ਲਾਇਰਸ ਐਸੋਸੀਏਸ਼ਨ ਦੁਆਰਾ, ਤੇ ਕਹਿੰਦੇ ਨੇ ਵੀ ਬਾਰੋਂ ਬਾਰ ਬੇਲ ਕਰਾਉਣੀ ਆ, ਤੇ ਕੇਸ ਤੇ ਮੈਂ ਵੀ ਪੜ੍ਹਿਆ ਹੀ ਸੀਗਾ। ਪੜ੍ਹਨ ਤੋਂ ਬਾਅਦ ਇਹ ਲੱਗਦਾ ਸੀਗਾ ਵੀ ਇਹ ਕੰਮ ਨਹੀਂ ਹੋਣਾ। ਇਹ ਮੇਰਾ ਕਾਨੂੰਨ ਦੇ ਸਟੂਡੈਂਟ ਦਾ ਦਿਮਾਗ ਕੰਮ ਕਰ ਰਿਹਾ ਸੀ ਵੀ ਇਹ ਕੰਮ ਨਹੀਂ ਹੋਣਾ। ਕਿਉਂ? ਪੂਰੇ ਹਿੰਦੁਸਤਾਨ ਦੀ ਪੁਲਿਸ ਦੇ ਪਿੱਛੇ ਪਈ ਆ, ਸਾਰੀਆਂ ਏਜੰਸੀਆਂ ਇਹ ਕਹਿੰਦੀਆਂ ਫੜੋ ਕਿੱਥੇ ਆ, ਅੰਦਰ ਜਾਣਾ ਹੀ ਜਾਣਾ। ਇਹ ਸਾਡੇ ਮਨ ਦੀ ਆਵਾਜ਼ ਵੀ ਸੀ ਕਿ ਭਾਵੇਂ ਅਸੀਂ ਕਾਨੂੰਨ ਦੇ ਵਿੱਚ ਜਿੰਨੇ ਮਰਜ਼ੀ ਮਾਹਿਰ ਹੋਈਏ, ਤੇ ਜਦੋਂ ਹਾਕਮ ਪਿੱਛੇ ਪੈ ਜਾਂਦਾ ਵੀ ਛੱਡਣਾ ਨਹੀਂ, ਤੇ ਉਦੋਂ ਫਿਰ ਉਹ ਧਾਕੀ ਦਿੰਦਾ। ਇਹ ਕੰਮ ਇਹਦੇ ਨਾਲ ਹੋਣ ਵਾਲਾ ਸੀ। ਗੱਲ ਹੋਈ ਵੀਰ ਕੰਵਰਪਾਲ ਸਿੰਘ ਹੁਣਾਂ ਨਾਲ, ਕੀ ਪੋਜੀਸ਼ਨ? ਮੈਂ ਪੋਜੀਸ਼ਨ ਤੇ ਇਹ ਆ ਵੀ ਨਾਵਾਚਕ ਉੱਤਰ ਆ। ਕਹਿਣ ਲੱਗੇ ਇਹਦੇ ਨਾਲ ਤੇ ਉਹਦਾ ਹੌਸਲਾ ਟੁੱਟ ਗਿਆ। ਤੇ ਮੈਂ ਵੀ ਆਹ ਵੇਖ ਲਓ ਵੀਡੀਓ ਉਹਨਾਂ ਨੇ ਭੇਜੀਆਂ ਨੇ, ਸਾਰੀਆਂ ਵੀਡੀਓ ਉਹਨਾਂ ਨੇ ਭੇਜੀਆਂ ਸੀਗੀਆਂ ਜੋ ਸੋਸ਼ਲ ਮੀਡੀਆ ਦੇ ਉੱਤੇ ਸਨ, ਉਹਨਾਂ ਐਵੀਡੈਂਸ ਦੇ ਵਿੱਚ ਲਗਾਈਆਂ ਹੋਈਆਂ ਨੇ। ਉਹਨਾਂ ਵੀਡੀਓਜ਼ ਦੇ ਵਿੱਚ ਬਿਲਕੁਲ ਕਲੀਅਰ ਹੈ ਕਿ ਬੰਦਾ ਆਪ ਹੀ ਇਹਦਾ ਆਇਡੈਂਟੀਫਾਈ ਹੋ ਰਿਹਾ, ਜਾ ਰਿਹਾ, ਨਿਸ਼ਾਨ ਸਾਹਿਬ ਲਾ ਰਿਹਾ ਤੇ ਥੱਲੇ ਉਤਰ ਰਿਹਾ। ਹੁਣ ਮਨਾ ਕਰੀਏ ਤੇ ਕਿਵੇਂ ਕਰੀਏ? ਕਾਨੂੰਨ ਤੇ ਇਹ ਕਹਿੰਦਾ ਨਾ ਵੀ ਜਿਹਨੇ ਮੰਨ ਲਿਆ ਉਹਨੂੰ ਤੇ ਸਜ਼ਾ ਹੋਣੀ ਆ। ਕਾਨੂੰਨ ਤੇ ਇਹੀ ਕਹਿੰਦਾ, ਤੇ ਕਾਨੂੰਨ ਦੇ ਵਿਦਿਆਰਥੀ ਜਿਹੜੇ ਆ ਕਾਨੂੰਨ ਤੋਂ ਬਾਹਰ ਕਿਵੇਂ ਜਾਣ? ਫਿਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪ ਹੀ ਇੱਕ ਤਰਕੀਬ ਸੁਝਾਈ ਕਿ ਖਾਲੀ ਸਲੀਬ ਹੈ, ਉਹ ਖਾਲੀ ਡੰਡਾ, ਕੋਈ ਝੰਡਾ ਨਹੀਂ ਉੱਤੇ ਲੱਗਾ। ਜਿੰਨਾ ਮਰਜ਼ੀ ਏਜੰਸੀਆਂ ਕਹੀ ਜਾਣ ਵੀ ਝੰਡਾ ਲੱਗਾ ਜੀ, ਲਾਇਆ ਗਿਆ, ਲਾ ਕੇ ਸੁੱਟਿਆ, ਨਾ, ਬਿਲਕੁਲ ਗਲਤ ਹੋਏਗਾ। ਤੁਹਾਡੇ ਵਾਸਤੇ ਆਦਰਯੋਗ ਹੋਏਗਾ, ਪਰ ਸਾਡਾ ਨਿਸ਼ਾਨ ਸਾਹਿਬ ਸਾਡੇ ਲਈ ਆਦਰਯੋਗ ਹੈ। ਉਹ ਨਿਸ਼ਾਨ ਸਾਹਿਬ ਇਹਨੇ ਲਗਾਇਆ ਉੱਥੇ, ਖਾਲੀ ਜਗ੍ਹਾ ਤੇ ਲਗਾਇਆ, ਤੇ ਉਹ ਕਾਨੂੰਨ ਦੀ ਕਿਸ ਧਾਰਾ ਦੇ ਵਿੱਚ ਆਫੈਂਸ ਹੈ, ਜੁਰਮ ਕਿਸ ਧਾਰਾ ਦੇ ਵਿੱਚ ਬਣਦਾ ਹੈ? ਇਹ ਕੁਐਸਚਨ ਸੀ ਜਿਹੜਾ ਅਸੀਂ ਕੋਰਟ ਦੇ ਸਾਹਮਣੇ ਰੱਖਿਆ। ਕੋਰਟ ਨੇ ਉਹ ਗੱਲ ਜਿਹੜੀ ਸੀ ਉਹ ਪ੍ਰੋਸੀਕਿਊਟਰ ਨੂੰ ਪੁੱਛੀ, ਆਈਓ ਨੂੰ ਪੁੱਛੀ, ਕੋਈ ਜਵਾਬ ਨਹੀਂ, ਕਿਉਂਕਿ ਕਾਨੂੰਨ ਦੀ ਧਾਰਾ ਦੇ ਵਿੱਚ ਇਹ ਜੁਰਮ ਕਿਤੇ ਨਹੀਂ ਲਿਖਿਆ ਹੋਇਆ ਕਿ ਖਾਲੀ ਡੰਡਾ ਦੇ ਉੱਤੇ ਝੰਡਾ ਲਗਾ ਦੇਣਾ ਜੁਰਮ ਹੈ। ਇਹਦਾ ਉੱਤਰ ਨਾ ਮਿਲਣ ਕਰਕੇ ਗੁਰੂ ਰਾਮਦਾਸ ਜੀ ਨੇ ਸਾਡੇ ਤੇ ਕਿਰਪਾ ਕੀਤੀ ਤੇ ਇਹਨੂੰ ਬਾਰੋ ਬਾਰ ਇੰਟਰਿਮ ਪ੍ਰੋਟੈਕਸ਼ਨ ਮਿਲੀ। ਸ਼ੁਰੂ ਦੇ ਵਿੱਚ ਕੁਝ ਦਿਨਾਂ ਲਈ ਮਤਲਬ ਅਰੈਸਟ ਨਹੀਂ ਹੋਏਗਾ। ਇਹ ਕਾਫੀ ਦੇਰ ਬਹਿਸ ਚੱਲਣ ਤੋਂ ਬਾਅਦ, ਬੜੀ ਜਦੋਜਹਿਦ ਤੋਂ ਬਾਅਦ ਇਹ ਗੱਲ ਸਾਡੀ ਜਿਹੜੀ ਸੀ ਉਹਨਾਂ ਦੇ ਪੱਲੇ ਪਈ ਤੇ ਇਹਨੂੰ ਇੰਟਰਿਮ ਪ੍ਰੋਟੈਕਸ਼ਨ ਦਿੱਤੀ। ਉਸ ਤੋਂ ਉਪਰੰਤ ਕੀ ਹੁੰਦਾ ਹੈ, ਅਗਲੀ ਤਰੀਕ ਤੇ
ਹੋਰ ਕਈ ਗੱਲਾਂ ਹੁੰਦੀਆਂ ਨੇ। ਫਾਰ ਐਗਜ਼ਾਮਪਲ 2 ਵੱਡੀਆਂ ਗੱਲਾਂ ਸਨ ਉਹਨਾਂ ਕੋਲ। ਨੰਬਰ 1, ਜਦੋਂ ਕਿਸੇ ਦੇ ਨੌਨ ਅਵੇਲੇਬਲ ਵਾਰੰਟ, ਗੈਰ ਜ਼ਮਾਨਤੀ ਵਾਰੰਟ ਲੈ ਲਏ ਜਾਣ ਤੇ ਉਹਨੂੰ ਬੇਲ ਨਹੀਂ ਦਿੰਦੇ, ਕਿਉਂਕਿ ਥੱਲੇ ਦੀ ਕੋਰਟ ਨੇ ਤਾਂ ਫੜਨ ਦੇ ਆਰਡਰ ਕੀਤੇ ਨੇ, ਉੱਤੇ ਵਾਲੀ ਕੋਰਟ ਕਹਿੰਦੀ ਹੈ ਨਹੀਂ, ਇਹਨੂੰ ਜੋ ਹੈ ਉੱਥੇ ਹੀ ਪੇਸ਼ ਹੋ ਜਾ ਕੇ ਆਪੇ ਉਹ ਬੇਲ ਪਹਿਲਾਂ ਤਾਂ ਦਊਗਾ, ਪਹਿਲਾਂ ਵਾਰੰਟ ਕੈਂਸਲ ਕਰੇ। ਇੱਕ ਨੁਕਤਾ ਇਹ ਸੀ। ਦੂਜਾ ਨੁਕਤਾ ਇਹ ਸੀ ਕਿ 1 ਲੱਖ ਰੁਪਏ ਦਾ ਇਨਾਮ ਇਹਦੀ ਗੈਰ ਹਾਜ਼ਰੀ ਦੇ ਵਿੱਚ ਸਰਕਾਰ ਨੇ, ਦਿੱਲੀ ਪੁਲਿਸ ਨੇ ਜੋ ਹੈ ਉਹਦੀ ਘੋਸ਼ਣਾ ਕਰ ਦਿੱਤੀ ਸੀ। 1 ਲੱਖ ਰੁਪਈਆ ਉਹਨੂੰ ਦਿੱਤਾ ਜਾਊ ਜਿਹੜਾ ਇਹਨੂੰ ਫੜ ਕੇ ਲਿਆਊ। ਤੇ ਹੁਣ ਜੇ ਕਿਤੇ ਮਿਲ ਜਾਂਦਾ ਹੈ ਤੇ ਇਹਨੂੰ ਤੇ ਫੜ ਕੇ ਉਹ ਇਨਾਮ ਪਹਿਲਾਂ ਲੈਣਗੇ। ਇਹ ਸਭ ਤੋਂ ਵੱਡੀਆਂ 2 ਸਮੱਸਿਆਵਾਂ ਸਾਡੇ ਸਾਹਮਣੇ ਟੈਕਨੀਕਲੀ ਆ ਰਹੀਆਂ ਸਾਡਾ। ਫਿਰ ਸੱਚੇ ਪਾਤਸ਼ਾਹ ਨੇ ਉਹਦੇ ਵਾਸਤੇ ਵੀ ਹੱਲ ਲੱਭਾ। ਇੱਕ ਸਾਨੂੰ ਜੱਜਮੈਂਟ ਮਿਲ ਗਈ, ਤੇ ਦੂਜਾ ਕਿ ਜੋ ਆਫੈਂਸਸ ਇਹਦੇ ਉੱਤੇ ਲਗਾਈਆਂ ਗਈਆਂ ਸਨ ਉਹ ਇਹਨੇ ਕੀਤੀਆਂ ਹੀ ਨਹੀਂ ਸਨ। ਉਦਾਹਰਨ ਦੇ ਤੌਰ ਤੇ ਕਿਸੇ ਨੂੰ ਮਾਰਿਆ ਨਹੀਂ, ਧੱਕਾ ਮੁੱਕੀ ਤੇ ਹੋ ਹੀ ਜਾਂਦੀ ਹੈ। ਕਿਰਪਾਨ ਇਹਦੇ ਹੱਥ 'ਚ ਨਹੀਂ, ਉਹ ਜਿਹੜੀ ਕਿਰਪਾਨ ਇਹਦੇ ਹੱਥ 'ਚ ਆ ਉਹ ਡੰਡਾ, ਉਹ ਆਪ ਹੀ ਕਹਿ ਰਹੇ ਨੇ। ਤੇ ਜੇ ਮਾਰਿਆ ਨੇ ਕਿਸੇ ਨੂੰ, ਪੁਲਿਸ ਦੇ ਵਿਰੁੱਧ ਇਹਨੇ ਜ਼ਿਆਦਤੀ ਕੋਈ ਨਹੀਂ ਕੀਤੀ ਤੇ ਲਾਇਆ ਤੇ ਉੱਥੇ ਨਿਸ਼ਾਨ ਸਾਹਿਬ ਹੀ ਆ ਨਾ, ਉਹ ਵੀ ਖਾਲੀ ਜਗ੍ਹਾ ਤੇ ਇਹਨੇ ਗਲਤੀ ਕੀ ਕੀਤੀ? ਇਸ ਕਰਕੇ ਉਹ ਜਿਹੜਾ ਇਨਾਮ ਸੀ ਉਹਦੇ ਵਾਸਤੇ ਕੋਰਟ ਨੇ ਕੋਈ ਗੌਰ ਨਹੀਂ ਕੀਤਾ। ਇਹ ਨੁਕਤੇ ਮੈਂ ਆਪ ਦੇ ਨਾਲ ਇਸ ਕਰਕੇ ਸਾਂਝੇ ਕਰਦਾ ਹਾਂ ਕਿ ਕਦੀ ਅਸੀਂ ਇਹ ਸੋਚਦੇ ਹਾਂ ਕਿ ਵਕੀਲਾਂ ਨੂੰ ਸਭ ਕੁਝ ਪਤਾ ਹੁੰਦਾ, ਅਸਲ 'ਚ ਵਕੀਲਾਂ ਨੂੰ ਕੱਖ ਨਹੀਂ ਪਤਾ ਹੁੰਦਾ। ਇਹ ਸਭ ਕੁਝ ਇਹ ਸੱਚਾ ਪਾਤਸ਼ਾਹ ਆਪ ਸਾਡੇ ਦਿਮਾਗ 'ਚ ਪਾਉਂਦਾ ਹੈ। ਮੌਕੇ ਤੇ ਜਿਹੜੀ ਗੱਲ ਵਕੀਲ ਦੇ ਦਿਮਾਗ 'ਚ ਆ ਜਾਵੇ ਉਹੀ ਕਾਮਯਾਬ ਹੈ, ਨਹੀਂ ਤੇ ਪੜ੍ਹੀਆਂ ਪੜ੍ਹਾਈਆਂ ਕਿਤਾਬਾਂ ਉੱਥੇ ਉਹਨਾਂ ਦਾ ਕੋਈ ਫਾਇਦਾ ਨਹੀਂ, ਉਹਨਾਂ ਡਿਗਰੀਆਂ ਦਾ ਕੋਈ ਫਾਇਦਾ ਨਹੀਂ। ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ। ਮੈਂ ਆਪ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਇਸ ਪਿੰਡ ਦੀ ਜਿਹੜੀ ਸੰਗਤ ਹੈ, ਇਸ ਪਿੰਡ ਦੀ ਜਿਹੜੀ ਸੰਗਤ ਹੈ ਉਹ ਸੰਗਤ ਵਧਾਈ ਦੀ ਪਾਤਰ ਹੈ। ਕਿਵੇਂ? ਉਹਨਾਂ ਕੋਲੇ ਯੋਧਾ, ਔਰ ਇਹਨੂੰ ਇਹ ਨਾ ਸਮਝਿਓ ਕਿ ਮਾਮੂਲੀ ਹਸਤੀ ਆ। ਮੇਰੀਆਂ ਨਜ਼ਰਾਂ ਦੇ ਵਿੱਚ, ਮੇਰੀ ਸਮਝ ਅਨੁਸਾਰ ਇਹ ਗੁਰੂ ਮਹਾਰਾਜ ਨੇ ਆਪ ਬਖਸ਼ਿਸ਼ ਕੀਤੀ ਹੈ। ਇਹਨਾਂ ਦਾ ਸਾਰਾ ਪਰਿਵਾਰ ਵਧਾਈ ਦਾ ਪਾਤਰ ਹੈ ਔਰ ਅਸੀਂ ਇਹਨਾਂ ਦਾ ਵੀ ਸ਼ੁਕਰਾਨਾ ਕਰਦੇ ਹਾਂ ਤੇ ਆਪ ਸਾਰੀਆਂ ਸੰਗਤਾਂ ਦਾ ਵੀ, ਇਸ ਸੰਗਤ ਦੀਆਂ ਸਾਰੀਆਂ, ਇਸ ਨਗਰ ਦੀਆਂ ਸਾਰੀਆਂ ਸੰਗਤਾਂ ਦਾ ਹੱਥ ਜੋੜ ਕੇ ਸਵਾਗਤ ਕਰਦਾ ਹਾਂ। ਜੋ ਮੇਰਾ ਵੀ ਇਹਨਾਂ ਨੇ ਧੰਨਵਾਦ ਕੀਤਾ ਹੈ ਉਹਦੇ ਵਾਸਤੇ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਅੱਜ ਹੈਗਾ ਸ਼ੁਕਰਾਨਾ ਸਮਾਗਮ। ਕਾਹਦੇ ਲਈ? ਕਿ ਸਾਡੇ ਵੀਰ ਸਰਦਾਰ ਜਗਰਾਜ ਸਿੰਘ, ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਤੇ ਝੰਡਾ ਝੁਲਾਇਆ ਖਾਲਸੇ ਦਾ, ਬਾਹਰੋਂ ਬਾਹਰ ਜ਼ਮਾਨਤ ਹੋਈ ਆ। ਸਾਡੇ ਸਤਿਕਾਰਯੋਗ ਐਡਵੋਕੇਟ ਵੀਰ ਪਰਮਜੀਤ ਸਿੰਘ ਜੀ ਤੇ ਸਾਡੇ ਮਨਪੁਰ ਸਾਹਿਬ ਤੇ ਵਕੀਲ ਸਾਹਿਬਾਨ ਦਿੱਲੀ ਦੇ ਸਾਡੇ ਪਹੁੰਚੇ ਹੋਏ ਨੇ, ਜਿਨ੍ਹਾਂ ਦੀ ਬਹੁਤ ਲਗਨ ਨਾਲ, ਬੜੀ ਮਿਹਨਤ ਨਾਲ ਇਹ ਕੰਮ ਸਿਰੇ ਚੜਿਆ। ਛੋਟਾ ਕੰਮ ਨਹੀਂ ਸੀ, ਬੜੀ ਵੱਡੀ ਗੱਲ ਸੀ। ਜਿਨ੍ਹਾਂ ਨੇ ਕਾਇਮ ਦੇਖੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ। ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਵੀਰ ਜੀ ਨੇ, ਪਰਮਜੀਤ ਸਿੰਘ ਜੀ ਨੇ ਦੱਸਿਆ, ਜਿੱਦਣ ਜਗਰਾਜ ਸਿੰਘ ਪਹਿਲੀ ਵਾਰ ਸਾਡੇ ਮੇਰੇ ਘਰ ਇਸ ਮਸਲੇ 'ਚ ਪਹੁੰਚਿਆ ਸੀ, ਬੜੀ ਜਿਹੜਾ ਦਿਮਾਗ ਤੇ, ਦਿਲ ਤੇ, ਸਰੀਰ ਤੇ ਇਕੱਲੇ ਇਸ ਤਰ੍ਹਾਂ ਬੋਡੀ ਲੈਂਗੁਏਜ ਬਹੁਤ ਦਬਾਅ, ਪ੍ਰੈਸ਼ਰ ਸੀਗਾ। ਔਰ ਇਹ ਪ੍ਰੈਸ਼ਰ ਜਦੋਂ ਦੇਖਿਆ ਸੀ, ਮੈਂ ਆਪਦੇ ਵੱਲੋਂ ਹੌਸਲਾ ਦੇਣ ਦੀ ਜਿਹੜੀ ਗੱਲਬਾਤ ਕਰਦਾ ਸੀ, ਮੈਨੂੰ ਚੇਤੇ ਆ ਰਿਹਾ ਸੀ ਜਿਹੜੀ ਗੱਲ ਵੱਡੇ ਵੀਰ ਨੇ ਮੇਰੇ ਨੇ ਆਖੀ ਆ ਵੀ ਜਿੱਦਣ ਮੇਰੇ ਤੇ ਜਾਂ ਸਾਡੇ ਉੱਤੇ ਪਿਛਲੇ ਸਮੇਂ 'ਚ ਜਦੋਂ ਮੁਕੱਦਮੇ ਕੇਸ ਬਣਦੇ ਸੀ, ਜਦੋਂ ਅਸੀਂ ਲੋਕ ਦੇ ਭੱਜੇ ਫਿਰਦੇ ਹੁੰਦੇ ਸੀ, ਸਾਨੂੰ ਵੀ ਕੋਈ ਆਈ ਕਹਿੰਦਾ ਹੁੰਦਾ ਸੀ ਵੀ ਕੋਈ ਗੱਲ ਨਹੀਂ, ਹੁਣ ਪੰਗਾ ਪੈ ਗਿਆ, ਬੱਬਰ ਸ਼ੇਰਾਂ ਨੂੰ ਡਟ ਕੇ ਆਪਦਾ ਹੌਸਲਾ ਰੱਖ। ਉਹੀ ਗੱਲਾਂ ਜਿਹੜੀਆਂ ਮੈਨੂੰ ਕਿਸੇ ਨੇ ਕਹੀਆਂ ਹੋਣਗੀਆਂ, ਮੈਂ ਜਾਂ ਵੀਰ ਭਾਜੀ ਕੌਰਪਾਲ ਸਿੰਘ ਹੋਣੀ, ਅਸੀਂ ਇਹਨੂੰ ਕਹਿ ਰਹੇ ਸੀ ਜਿਵੇਂ ਸਾਡੇ ਵੀਰ ਪਰਮਜੀਤ ਸਿੰਘ ਨੇ ਤੁਹਾਨੂੰ ਦੱਸੀਆਂ ਨੇ। ਫਿਰ ਇੱਕ ਵਕਤ ਇਹ ਸਾਰੇ ਦੌਰ ਤੋਂ ਬਾਅਦ ਆਉਂਦਾ ਜਦੋਂ ਮਸਲਾ ਨਿਬੜ ਜਾਂਦਾ ਜਾਂ ਕਿਸੇ ਕੰਢੇ ਬੰਨੇ ਜੇ ਲੱਗ ਜਾਂਦੇ ਆ, ਜਿਵੇਂ ਅੱਜ ਆ ਸਾਰੇ ਜਿਹੜੇ ਨੌਜਵਾਨ ਝੰਡੇ ਵਾਲੇ ਕੇਸ ਵਿੱਚ ਆ, ਪੰਜੇ ਸਿੰਘ ਜਿਹੜੇ ਹੋਰ ਨੇ ਇੱਥੇ ਗੁਰੂ ਘਰ ਦੇ ਵਿੱਚ ਜਦੋਂ ਮਿਲੇ, ਗੱਲਾਂ ਬਾਤਾਂ ਚੱਲੀਆਂ ਤੇ ਮੈਂ ਇਹਨਾਂ ਨੂੰ ਵੀ ਇਹੀ ਗੱਲ ਕਹਿੰਦਾ ਸੀ ਵੀ ਉਦੋਂ ਮਾਹੌਲ ਹੋਰ ਸੀ, ਅੱਜ ਦਿਲ ਖੁਸ਼ ਵਾ, ਅੱਜ ਆ ਫੁੱਲ ਲੱਗੇ ਹੋਏ ਨੇ, ਸੋਹਣੇ ਲੱਗਦੇ ਨੇ, ਅੱਜ ਸਾਰੀ ਗੱਲ ਹੀ ਹੋਰ। ਜਿਵੇਂ ਕਹਿੰਦੇ ਆ ਨਾ, ਫੁੱਲ ਕੇ ਪੁੱਛਦੇ, ਫੁੱਲ ਕੋਲੋਂ ਆ ਜਿਹੜੇ ਫੁੱਲ ਲੱਗੇ ਆ,
ਫੁੱਲ ਫੁੱਲ ਕੇ ਪੁੱਛਦੇ ਫੁੱਲ ਫੁੱਲ ਕੋਲੋਂ ਕਿ ਆਇਆ ਫੁੱਲ ਫੁੱਲ ਉੱਤੇ ਨਿਖਾਰ ਕਿਉਂ ਹੈ। ਪੱਤਾ ਪੱਤਾ ਅੱਜ ਪੱਤੇ ਪੱਤੇ ਨੂੰ ਪੁੱਛੇ ਕਿ ਛਾਈ ਪੱਤੇ ਪੱਤੇ ਉੱਤੇ ਬਹਾਰ ਕਿਉਂ। ਇਹ ਨਿਖਾਰ ਇਹ ਬਹਾਰ ਕਿਉਂ ਆ? ਕਿਉਂ ਅੱਜ ਸਾਡੇ ਘਰ ਖੁਸ਼ੀਆਂ। ਇੱਕ ਦਿਨ ਉਹ ਸੀ 26 ਜਨਵਰੀ ਤੋਂ ਲੈ ਕੇ 27 ਜਨਵਰੀ ਤੱਕ, ਜਿੱਦਣ ਉਸ ਸਟੇਜ ਤੋਂ ਖੜ ਕੇ ਸਾਡੀ ਕੌਮ ਦੀ ਪੱਗ ਨੂੰ ਲਲਕਾਰਿਆ ਜਾ ਰਿਹਾ ਸੀਗਾ ਕਿ ਇਹ ਗਦਾਰ ਨੇ ਜਿਨ੍ਹਾਂ ਨੇ ਇੱਥੇ ਝੰਡਾ ਚਲਾ। ਉਹ ਕਾਮਰੇਡ ਨਾਸਤਕ ਐਂਟੀ ਪੰਥਕ ਲੌਂਗ ਲਾਣਾ ਜਿਹਨੇ ਪਹਿਲਾਂ ਲਗਾਤਾਰ 1 ਮਹੀਨਾ ਦੱਬ ਕੇ ਪੰਪ ਦਿੱਤਾ, ਉਂਗਲ ਦਿੱਤੀ, ਸਾਡੀ ਅਣਖ ਨੂੰ ਵੰਗਾਰਿਆ ਕਿ ਜੇ ਤੁਸੀਂ ਨਾ ਆਏ ਟਰੈਕਟਰ ਲੈ ਕੇ, ਜੇ ਦਿੱਲੀ ਦੇ ਲਾਲ ਕਿਲੇ ਦੀ ਹਿੱਕ ਤੇ ਟਰੈਕਟਰ ਨਾ ਝੂਲੇ, ਨਾ ਝੰਡਾ ਚੜਾਇਆ, ਪਤਾ ਨਹੀਂ ਕੀ ਐ ਹੋ ਜੂ ਆ ਹੋ ਜੂ। ਸਾਡੀ ਅਣਖ ਨੂੰ ਵੰਗਾਰਿਆ ਉਹਨਾਂ ਕਾਮਰੇਡ ਲਾਣੇ ਨੇ। ਸਾਡੇ ਜਵਾਨਾਂ ਨੂੰ, ਸਾਡੀ ਕੌਮ ਨੂੰ ਇਸ ਹਾਲਤ ਵਿੱਚ ਲੈ ਜਾਂਦਾ। ਅੱਜ ਤਾਂ ਕਹਿੰਦਾ ਝੰਡਾ ਝੁਲ ਗਿਆ, ਗਦਾਰ ਬਣ ਗਏ, ਤੇ ਜੇ ਨਾ ਚਲਾਇਆ ਜਾਂਦਾ ਫਿਰ ਆਪਣੇ ਸਿਰ 'ਚ ਸਵਾਹ ਪਾਉਣ ਵਾਲਾ। ਮਤਲਬ ਸਾਨੂੰ ਇਹੋ ਜਿਹੀ ਕਸੂਤੀ ਸਥਿਤੀ ਵਿੱਚ ਲਿਆ ਕੇ ਫਸਾ ਦਿੱਤਾ ਸੀ। ਜੇ ਤਾਂ ਝੰਡਾ ਚਲਾਈਏ ਤਾਂ ਮਰਦੇ ਆ, ਜੇ ਨਹੀਂ ਚਲਾਉਂਦੇ ਤਾਂ ਮਰਦੇ ਆ। ਉਹਨਾਂ ਸਾਰੇ ਲੀਡਰਾਂ ਦੇ ਨਾਂ ਜਿਹਦਾ ਵੀ ਕਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਖੜ ਕੇ ਬਚਨ ਕਰਦਾ, ਜਿਹੜੇ ਵੀ ਲੀਡਰ ਨੇ ਬਾਅਦ 'ਚ ਖੜ ਕੇ ਝੰਡੇ ਚੜਾਏ ਜਾਣ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ, ਜਿਹਦਾ ਵੀ ਕਹੋ ਉਹਦੀ ਵੀਡੀਓ ਕੱਢ ਕੇ ਤੁਹਾਡੇ ਹੱਥ 'ਤੇ ਟਿਕਾਊਂਗਾ, ਜਿਹਦੇ ਵਿੱਚ ਉਹਨੇ ਠੋਕ ਕੇ ਕਿਹਾ ਕਿ ਜੇ ਝੰਡਾ ਨਾ ਚਲਾਇਆ ਤਾਂ ਆਹ ਹੋ ਜੂ ਤੇ ਆਹ ਹੋ ਜੂ। ਉਹ ਬੰਦੇ ਦੋਗਲੇ, ਉਹ ਬੰਦੇ ਝੂਠੇ, ਉਹ ਪਾਪੀ, ਉਹ ਕਾਪੀ, ਉਹ ਫਰੇਬੀ ਬੰਦੇ ਜਿਨ੍ਹਾਂ ਨੇ ਪੂਰੀ ਅੱਗ ਲਾਈ, ਪੂਰਾ ਮਾਹੌਲ ਬਣਾਇਆ, ਤੇ ਜਦੋਂ ਝੰਡਾ ਝੂਲ ਗਿਆ ਉਦੋਂ ਕਹਿੰਦੇ ਇਹ ਸਰਦਾਰ ਨਹੀਂ, ਇਹ ਗਦਾਰ ਨਹੀਂ। ਝੰਡਾ ਚਲਾਉਣ ਵਾਲਾ ਸਾਡਾ ਚਾਹੇ ਵੀਰ ਜਗਰਾਜ ਸਿੰਘ ਆ, ਚਾਹੇ ਆ ਬਾਕੀ ਭਰਾ ਨੇ ਜਾਂ ਹੋਰ ਜਿਨ੍ਹਾਂ ਦੇ ਅਸੀਂ ਬਹੁਤ ਵੱਡੀ ਲਿਸਟ ਆ ਜਿਨ੍ਹਾਂ ਤੇ ਪਰਚਾ ਬਣਿਆ, ਕੋਈ ਕਿਸੇ ਪਾਸੇ ਦੀ ਅਦਾਲਤੀ ਕਾਰਵਾਈ ਫਸ ਗਿਆ, ਕੋਈ ਕਿਧਰੇ ਪਾਸੇ ਫਸ ਗਿਆ। ਇਹ ਜਦੋਂ ਆਪਦੇ ਪਰਿਵਾਰ ਨਾਲ ਬੈਠੇ ਆ, ਜਦੋਂ ਅੰਮ੍ਰਿਤਸਰ ਸਾਡੇ ਕੋਲ ਆਏ, ਮੈਨੂੰ ਉਹ ਦਿਨ ਚੇਤੇ ਆਇਆ ਜਦੋਂ 26 ਜਨਵਰੀ 2005 ਨੂੰ ਅਸੀਂ ਦਲ ਖਾਲਸਾ ਵੱਲੋਂ ਜਿੱਥੇ ਆਪਣੇ 13 ਸਿੰਘਾਂ ਦੀ ਸ਼ਹਾਦਤ ਹੋਈ ਆ 1978 ਦੇ ਵਿੱਚ, ਅਸੀਂ 2005 ਦੇ ਵਿੱਚ ਉੱਥੇ ਖਾਲਿਸਤਾਨ ਦਾ, ਖਾਲਸਾ ਰਾਜ ਦਾ ਜਿਹੜਾ ਝੰਡਾ ਸਾਡਾ ਲਾਹੌਰ ਦੇ ਕਿਲੇ ਤੇ ਝੂਲਦਾ ਰਿਹਾ, ਅਸੀਂ ਦਲ ਖਾਲਸਾ ਵੱਲੋਂ ਉੱਥੇ ਚਲਾਇਆ ਸੀ। ਸਾਡੇ ਤੇ ਮੁਕੱਦਮਾ ਬਣਿਆ ਸੀ 26 ਜਨਵਰੀ ਨੂੰ। ਅਸੀਂ ਵੀ ਪੁਲਿਸ ਤੋਂ ਥੋੜਾ ਦਿਨ ਉਦੋਂ ਆਸੇ ਪਾਸੇ ਰਹੇ ਸੀ। ਬਾਅਦ 'ਚ ਅਸੀਂ ਨਾਰੇ ਜਕਾਰੇ ਮਾਰਦੇ ਰਹੇ ਦਰਬਾਰ ਸਾਹਿਬ ਦੇ ਵਿੱਚੋਂ ਖਾਲਿਸਤਾਨ ਦੇ ਅਦਾਲਤ 'ਚ ਗਏ, ਜੇਲ੍ਹ 'ਚ ਗਏ। ਬਾਅਦ 'ਚੋਂ ਕੇਸ ਪੁੱਜੜ ਗਿਆ, ਅਦਾਲਤ ਨੇ ਉਸ ਕੇਸ ਦਾ ਕੁਝ ਨਹੀਂ ਬਣਿਆ। ਜਿਹੜੀ ਗੱਲ ਸਾਡੇ ਸਤਿਕਾਰਯੋਗ ਜਸਪਾਲ ਸਿੰਘ ਜੀ ਮੱਝਪੁਰ ਵਕੀਲ ਸਾਹਿਬ ਨੇ ਕਹੀ ਆ ਕਿ ਇਹ ਕੋਰਟਾਂ ਦੀ ਲੜਾਈ ਹੁੰਦੀ ਆ, ਅਸੀਂ ਦੇਖ ਲਾਂਗੇ ਕਿਵੇਂ ਕਰਨੀ। ਮੈਂ ਇਹ ਗੱਲ ਨੂੰ ਬਾਰ-ਬਾਰ ਦੱਸਦਾ ਸੀ ਕਿ ਵੀਰ ਮੇਰਿਆ, ਇਹ ਮੁਕੱਦਮੇ ਦਾ ਐਂਡ ਕੁਝ ਨਹੀਂ ਹੋਣਾ, ਐਵੇਂ ਡਰਾਮਾ ਵਾ। ਪਰ ਅੱਜ ਦੇ ਦਿਨ, ਅੱਜ ਦੇ ਵੇਲੇ ਜਦੋਂ ਮੈਂ ਤੈਨੂੰ ਇਹ ਗੱਲ ਕਹਿ ਰਿਹਾ, ਅੱਜ ਤੈਨੂੰ ਸ਼ਾਇਦ ਇਹ ਗੱਲ ਉਵੇਂ ਨਾ ਸਮਝ ਲੱਗੇ, ਪਰ ਐਂਡ ਇਹਦਾ ਜਦੋਂ ਹੋਊਗਾ ਨਾ ਉਦੋਂ ਤੈਨੂੰ ਪਤਾ ਲੱਗ ਜਾਏਗਾ ਕਿ ਅਸੀਂ ਸਹੀ ਕਹਿੰਦੇ ਸੀ। ਪਰ ਇਸ ਵੇਲੇ ਦੀ ਮਨੋ ਅਵਸਥਾ ਜਿਹੜੀ ਤੇਰੀ ਆ, ਉਹਦੇ ਲਈ ਤੂੰ ਜਦੋਂ ਤੇਰਾ ਜੀ ਕਰੇ, ਜਦੋਂ ਵੀ ਤੈਨੂੰ ਕੋਈ ਗੱਲ ਦਾ ਦੁੱਖ ਤੈਨੂੰ ਪਤਾ ਲੱਗੇ, ਇੱਥੇ ਜਦੋਂ ਮਰਜ਼ੀ ਆਈ, ਪਰ ਫੋਨ ਨਹੀਂ ਵਰਤਣਾ। ਕਿਉਂਕਿ ਫੋਨ ਅੱਜ ਦੇ ਸਮੇਂ ਦੇ ਵਿੱਚ ਸਰਕਾਰ ਸੁਣ ਕੇ ਤੈਨੂੰ ਫੜ ਲਵੇ ਤੇ ਸਾਡੀ ਸਾਰੀ ਮਿਹਨਤ ਸਿਫਰ ਆ। ਸਾਡੀ ਜਿੱਤ ਤਾਂ ਆ, ਸਾਡੇ ਜਿੰਨੇ ਬੰਦੇ ਲੱਗੇ ਹੋਏ ਆ, ਇੱਕ ਧਿਰ ਹੁੰਦੀ ਆ ਜਿਹੜੀ ਅਦਾਲਤੀ ਲੜਾਈ ਲੜਦੀ ਆ, ਇੱਕ ਧਿਰ ਹੁੰਦੀ ਆ ਭਗੌੜੇ ਬੰਦੇ ਨੂੰ ਸਾਂਭਣ ਵਾਲਿਆਂ ਦੀ, ਇੱਕ ਧਿਰ ਹੁੰਦੀ ਆ ਜਿਹੜੀ ਹੋਰ ਉੱਪਰਲੇ ਕੰਮ ਕਰਦੀ ਆ। ਇੱਕ ਭਗੌੜੇ ਬੰਦੇ ਨੂੰ ਲੁਕਣ ਲਈ ਇੱਕ ਘਰ ਨਹੀਂ ਚਾਹੀਦਾ ਹੁੰਦਾ, ਉਹਨੂੰ 10 ਘਰ ਚਾਹੀਦੇ ਹੁੰਦੇ ਆ। ਲਾਸਟ ਸਕਿੰਟ ਤੇ ਰਾਤ ਨੂੰ ਪੈਣ ਲੱਗੇ, ਕਈ ਵਾਰੀ ਮਨ ਕਹਿੰਦਾ ਅੱਜ ਇੱਥੇ ਨਹੀਂ, ਅੱਜ ਉੱਧਰ ਪੈਣਾ। ਬੜੀ ਵੱਡੀ ਲੜਾਈ ਸੀ, ਔਰ ਇਹ ਕੱਲੀ ਇਹਦੀ ਨਹੀਂ, ਇਹ ਵੀਰ ਵਾਂਗੂ ਹੋਰ ਵੀ ਬਹੁਤ ਸਾਰੇ ਭਰਾ ਉਹਨਾਂ ਦਿਨਾਂ 'ਚ ਕਸ਼ਟ ਕੱਟ ਰਹੇ ਸੀ। ਤੇ ਜਦੋਂ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਜਿਹੜੇ
ਪਿਆਰ ਕਰਦੇ ਸੀ ਜਾਂ ਇਸ ਗੱਲ ਨਾਲ ਜਿਨ੍ਹਾਂ ਦਾ ਮਨ ਸੀਗਾ, ਉਹਨਾਂ ਨੇ ਫੋਟੋ ਪਾ ਦੇਣੀ, ਫੋਟੋ ਬਿਕਰਮਜੀਤ ਸਿੰਘ ਦੀ ਪੈ ਜਾਣੀ, ਨੌ ਜਗਰਾਜ ਦਾ ਲਿਖਿਆ ਹੋਣਾ। ਮੈਨੂੰ ਮਨ ਨੂੰ ਆਇਆ ਕਰੇ ਉਹ ਕੋਈ ਹੋਰ ਨਾ ਥੱਲੇ ਲਿਖ ਦੇਵੇ ਵੀ ਇਹ ਫੋਟੋ ਤਾਂ ਉਹਦੀ ਜਗਰਾਜ ਦੀ ਨਹੀਂ ਹੈਗੀ। ਤੇ ਮੈਂ ਕਈਆਂ ਨੂੰ ਕਹਿਣਾ ਵੀਰੇ ਨਾ ਲਿਖੋ, ਨਾ ਤੁਸੀਂ ਇਸ ਤਰ੍ਹਾਂ ਕਰੋ। ਕਈਆਂ ਨੇ ਗੁੱਸਾ ਕਰਨਾ। ਜਦੋਂ ਬਾਅਦ 'ਚ ਪਤਾ ਲੱਗਿਆ ਕਿ ਇਹ ਅਸਲ ਵਿੱਚ ਬੰਦਾ ਜਿਹੜਾ ਸੀਗਾ ਇਹਦੀ ਇਹ ਪੈਰਵਾਈ ਕਰ ਰਹੇ ਸੀ, ਇਹ ਨਹੀਂ ਸੀ ਚਾਹੁੰਦੇ ਕਿ ਇਹਦੇ ਵੱਲ ਜ਼ਿਆਦਾ ਧਿਆਨ ਜਾਵੇ। ਬਹੁਤ ਸਾਰੇ ਭੈਣਾਂ ਭਰਾਵਾਂ ਨੇ ਕਿਹਾ ਕਿ ਸਾਨੂੰ ਉਦੋਂ ਨਹੀਂ ਸੀ ਸਮਝ ਕੇ ਅਸਲ ਵਿੱਚ ਸਾਨੂੰ ਤੁਸੀਂ ਕਿਉਂ ਟੋਕਦੇ ਹੋ। ਬੜੀ ਵਾਰ ਹੁੰਦਾ, ਅੱਜ ਵੀ ਸਾਡਾ ਇੱਥੇ ਭਰਾ ਉਹ ਮੈਨੂੰ ਫੋਨ ਦੇ ਉੱਤੇ ਸਾਰੀ ਗੱਲ ਸੁਣਾਵੇ, ਮੈਂ ਉਹਨੂੰ ਰੋਕਾਂ ਬਹਾਨੇ ਲਾ ਕੇ ਵੀ ਤੂੰ ਮੇਰੇ ਫੋਨ ਤੋਂ ਕਿਤੇ ਕਾਬੂ ਆ ਗਿਆ, ਜਿਹੜਾ ਤੈਨੂੰ ਬੰਦਾ ਬਚਾਉਣਾ ਉਹ ਆਪਾਂ ਮਰਵਾ ਬੈਠਾਂਗੇ, ਫਸਾ ਬੈਠਾਂਗੇ। ਅੱਜ ਉਹਨੂੰ ਮੈਂ ਇੱਥੇ ਮਿਲ ਕੇ ਗੁਰਦੁਆਰਾ ਸਾਹਿਬ ਦੱਸਿਆ ਕਿ ਭਰਾਵਾ ਮੇਰੇ ਕੋਲ ਹਾਲਾਤ ਹੀ ਇਹੋ ਜਿਹੇ ਸੀ ਕਿ ਮੇਰੀ ਗੱਲ ਨਹੀਂ ਸੀ ਸੁਣ ਸਕਦਾ, ਚਾਹੇ ਤੂੰ ਗੁੱਸਾ ਹੀ ਕਰਿਆ ਹੋਵੇ, ਕੋਈ ਚੱਕਰ ਨਹੀਂ। ਹਾਲਾਤ ਹੁੰਦੇ ਆ, ਮਾਹੌਲ ਹੁੰਦੇ ਆ। ਇਹ ਗੱਲਾਂ ਇੱਥੇ ਮੈਂ ਕਿਉਂ ਕਰ ਰਿਹਾ? ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅੱਡ ਅੱਡ ਬੁਲਾਰਿਆਂ ਨੇ ਅੱਡ ਅੱਡ ਸਿੱਟ ਕਰ ਦਿੱਤੀਆਂ ਨੇ। ਕੁਝ ਗੱਲਾਂ ਹੁੰਦੀਆਂ ਜਿਹੜਾ ਇਸ ਕੇਸ ਨਾਲ ਇੱਕ ਖਾਸ ਹਿੱਸੇ ਨਾਲ ਖਾਸ ਤਰੀਕੇ ਨਾਲ ਜੁੜਿਆ ਬੰਦਾ ਹੁੰਦਾ ਉਹਨੂੰ ਨਹੀਂ ਪਤਾ ਹੁੰਦੀਆਂ। ਇਹ ਸਾਰੀ ਕੇਸ ਦੀ ਲੜਾਈ ਅੱਡ ਅੱਡ ਹਿੱਸਿਆਂ 'ਚ ਲੜੀ ਗਈ, ਜਿਹਦੇ ਵਿੱਚ ਇੱਕ ਟਾਰਗੇਟ ਸੀਗਾ ਕਿ ਇਸ ਸੱਜਣ ਨੂੰ ਜੇਲ੍ਹ 'ਚ ਜਾਏ ਬਗੈਰ ਜ਼ਮਾਨਤ ਦਿਵਾਉਣੀ ਹੈ। ਉਹਦੀ ਆਪਾਂ ਨੂੰ ਕਾਮਯਾਬੀ ਮਿਲੀ ਆ। ਇੱਥੇ ਆਪਾਂ ਅੱਜ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਲਈ ਜੁੜੇ ਆ। ਬੜੀ ਮਨ ਨੂੰ ਖੁਸ਼ੀ ਆ, ਸੱਚੇ ਪਾਤਸ਼ਾਹ ਨੇ ਸਾਡੀ ਸਾਰਿਆਂ ਦੀ ਮਿਹਨਤ ਸਫਲ ਕੀਤੀ ਆ। ਤੇ ਇਸ ਮੌਕੇ ਉੱਤੇ ਨਾਭੇ ਜੇਲ੍ਹ ਦੇ ਵਿੱਚ ਜਾਂ ਤਿਹਾੜ ਜੇਲ੍ਹ ਦੇ ਵਿੱਚ ਜਾਂ ਬੜੈਲ ਜੇਲ੍ਹ ਦੇ ਵਿੱਚ ਬੈਠੇ ਹੋਏ ਬਹੁਤ ਸਾਰੇ ਗੁਰਸਿੱਖ ਪਿਆਰਿਆਂ ਨੇ ਇਸ ਮੌਕੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਡ ਢੰਗ ਤਰੀਕਿਆਂ ਨਾਲ। ਉਹਨਾਂ ਦੀ ਹਾਜ਼ਰੀ ਵੀ ਪ੍ਰਵਾਨ ਕਰਦੇ ਆ। ਤੇ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਉਹਨਾਂ ਦੇ ਪਰਿਵਾਰ ਵੱਲੋਂ ਵੀ